ਪੰਜਵੀਂ ਕਲਾਸ ਪੰਜਾਬ ਬੋਰਡ ਦੀ ਜਿਹਦਾ ਇਹ 9ਵਾਂ ਤੇ ਅਖੀਰਲਾ ਲੈਸਨ ਹੈ। ਸੋ ਇਹਦੇ ਵਿੱਚੋਂ ਆਪਾਂ ਟਰਾਂਸਲੇਸ਼ਨ ਕਰਕੇ ਇੰਗਲਿਸ਼ ਸਿੱਖਣ ਲੱਗੇ ਹਾਂ। ਸੋ ਲੈਟਸ ਲਰਨ ਐਂਡ ਦਿਸ ਇਜ਼ ਦ ਲੈਸਨ। ਸੋ ਕਮ ਔਨ ਐਵਰੀਵਨ। ਸੋ ਇਹਦਾ ਨਾਮ ਹੈ ਸੇਫ ਸਰਕਲ। ਸੋ ਇਸ ਤੋਂ ਪਹਿਲਾਂ 8 ਲੈਸਨ ਜਿਹੜੇ ਨੇ ਉਹ ਇਸੇ ਚੈਨਲ ਦੇ ਉੱਤੇ ਪਾ ਦਿੱਤੇ ਗਏ ਨੇ। ਠੀਕ ਹੈ ਜੀ, ਵੀਰ ਹਰਜੀਤ ਸਿੰਘ YouTube ਚੈਨਲ 'ਤੇ ਤੁਸੀਂ ਪਲੇਲਿਸਟ ਵਿੱਚ ਜਾ ਕੇ ਲਰਨ ਇੰਗਲਿਸ਼ ਥਰੂ ਪੰਜਾਬੀ ਪਲੇਲਿਸਟ ਹੈ ਉਹਦੇ ਵਿੱਚੋਂ ਲੱਭ ਸਕਦੇ ਹੋ। ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਇਸ ਚੈਪਟਰ ਨੂੰ। ਇਸ ਚੈਪਟਰ ਨੂੰ ਪੜ੍ਹਨ ਦਾ ਮਕਸਦ ਕੀ ਹੈ, ਜਿਹੜੇ ਤਾਂ ਵਿਦਿਆਰਥੀ ਨੇ ਉਹਨਾਂ ਦੇ ਵਾਸਤੇ ਜੋ ਕਿਤਾਬ ਬਣਾਉਣ ਵਾਲੇ ਸੱਜਣ ਨੇ ਉਹਨਾਂ ਨੇ ਇਹ ਓਬਜੈਕਟਿਵ ਪਾ ਕੇ ਉਦੇਸ਼ ਰੱਖਿਆ ਹੈ ਕਿ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਸਟੂਡੈਂਟਸ ਨੂੰ ਕੀ ਸਮਝ ਲੱਗ ਜਾਏ। ਉਹ ਹੈਲਪ ਕਰਨਾ ਚਾਹੁੰਦੇ ਨੇ। ਕੀ ਕਰਨਾ ਚਾਹੁੰਦੇ ਨੇ? ਟੂ ਹੈਲਪ ਦ ਸਟੂਡੈਂਟਸ ਦੀ ਮਦਦ ਕਰਨਾ ਚਾਹੁੰਦੇ ਨੇ। ਕਿਸ ਚੀਜ਼ ਵਿੱਚ? ਟੂ ਡਿਵੈਲਪ ਕਮਿਊਨੀਕੇਸ਼ਨ ਸਕਿੱਲਸ। ਕਮਿਊਨੀ ਲਿਖਿਆ ਮੈਂ ਥੱਲੇ, ਠੀਕ ਹੈ ਜੀ। ਪੰਜਾਬੀ 'ਚ ਵੈਸੇ ਕਿਤਾਬ 'ਚ ਨਹੀਂ ਲਿਖਿਆ ਹੁੰਦਾ, ਪਰ ਮੈਂ ਇਹਨੂੰ ਐਡਿਟ ਕਰਕੇ ਇੱਥੇ ਨਾਲ ਲਿਖ ਦਿੱਤਾ ਤਾਂ ਕਿ ਤੁਹਾਨੂੰ ਪੜ੍ਹਨ ਵਿੱਚ ਆਸਾਨੀ ਰਵੇ ਕਿ ਇਹਨੂੰ ਬੋਲਣਾ ਕਿਵੇਂ ਹੈ। ਕਿਉਂਕਿ ਪੰਜਾਬ ਦੇ ਜਿਹੜੇ ਪੈਦਾ ਹੁੰਦੇ ਆਪਾਂ ਨੂੰ ਥੋੜ੍ਹਾ ਔਖਾ ਲੱਗਦਾ ਕਈ ਵਾਰ। ਕਮਿਊਨੀਕੇਸ਼ਨ ਅਤੇ ਇਕੱਠਾ ਕਰਕੇ ਬੋਲਣਾ ਅਤੇ ਕਮਿਊਨੀਕੇਸ਼ਨ। ਸੋ ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ ਨੇ ਉਹਨਾਂ ਨੂੰ ਡਿਵੈਲਪ ਕਰਨ ਵਿੱਚ ਮਦਦ ਕਰਨ ਵਾਸਤੇ ਇਹ ਚੈਪਟਰ ਤਿਆਰ ਕੀਤਾ ਗਿਆ ਹੈ। ਸਕਿੱਲ ਹੁੰਦੀ ਹੈ ਮੁਹਾਰਤ, ਠੀਕ ਹੈ। ਸੋ ਕਮਿਊਨੀਕੇਸ਼ਨ ਹੁੰਦਾ ਆ ਕਿ ਆਪਾਂ ਜਿੱਦਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਸਾਨੂੰ ਗੱਲਾਂ ਕਰਨੀਆਂ ਨਹੀਂ ਆਉਂਦੀਆਂ ਜਾਂ ਸੁਣਨਾ ਨਹੀਂ ਆਉਂਦਾ। ਕਈ ਵਾਰ ਸਾਹਮਣੇ ਵਾਲਾ ਬੰਦਾ ਬੋਲ ਕੁਛ ਹੋਰ ਰਿਹਾ ਹੁੰਦਾ ਹੈ, ਸੁਣਨ ਵਾਲੇ ਨੂੰ ਕੁਛ ਹੋਰ ਸਮਝ ਆਉਂਦਾ ਹੈ। ਜਾਂ ਕਈ ਵਾਰ ਮਨ ਦੇ ਵਿੱਚ ਕੁਛ ਇੱਦਾਂ ਦੇ ਖਿਆਲ, ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿਹਨਾਂ ਕਹਿਣ ਦਾ ਪਤਾ ਨਹੀਂ ਲੱਗਦਾ ਵੀ ਇਹ ਗੱਲ ਕਹਿਣੀ ਕਿਵੇਂ ਹੈ, ਕਿਸ ਤਰੀਕੇ ਨਾਲ ਸਾਹਮਣੇ ਵਾਲੇ ਨੂੰ ਸਮਝਾਉਣੀ ਹੈ। ਸੋ ਉਹਨੂੰ ਕਹਿੰਦੇ ਨੇ ਕਮਿਊਨੀਕੇਸ਼ਨ ਸਕਿੱਲ, ਜਿਸ ਨੂੰ ਇਸ ਲੈਸਨ ਵਿੱਚ ਸਿਖਾਇਆ ਜਾ ਰਿਹਾ ਹੈ। ਐਂਡ ਟੂ ਐਕਸਪ੍ਰੈਸ ਆਈਡੀਆਜ਼ ਹੁੰਦੇ ਵੀ ਤੁਹਾਡੇ ਜਿਹੜੇ ਨਵੇਂ ਥਾਟਸ, ਨਵੇਂ ਖਿਆਲ ਨੇ ਉਹਨਾਂ ਨੂੰ ਤੁਸੀਂ ਐਕਸਪ੍ਰੈਸ ਕਰ ਸਕੋ, ਮਤਲਬ ਕਿ ਬਿਆਨ ਕਰ ਸਕੋ, ਦੂਜਿਆਂ ਨੂੰ ਦੱਸ ਸਕੋ। ਸੋ ਇਸ ਵਾਸਤੇ ਇਹ ਲੈਸਨ ਜਿਹੜਾ ਹੈ ਤਿਆਰ ਕੀਤਾ ਗਿਆ ਹੈ। ਅਤੇ ਦੂਸਰਾ ਜਿਹੜਾ ਓਬਜੈਕਟਿਵ ਹੈ ਉਹ ਹੈ ਟੂ ਮੇਕ ਦ ਸਟੂਡੈਂਟਸ ਅਵੇਅਰ ਅਬਾਊਟ ਦ ਡਿਫਰੈਂਟ ਵੇਜ਼ ਆਫ ਪ੍ਰੋਟੈਕਟਿੰਗ ਦੈਮਸੈਲਵਸ। ਨਾਲ ਲਿਖ ਦਿੱਤਾ ਮੈਂ ਪੰਜਾਬੀ 'ਚ ਦੈਮਸੈਲਵਸ ਨੂੰ ਕਿਵੇਂ ਪੜ੍ਹਨਾ। ਆਹ ਜਿਹੜਾ ਵਰਡ ਹੈ ਇਹਨੂੰ ਇਸ ਤਰ੍ਹਾਂ ਪੜ੍ਹਨਾ ਹੈ, ਦੈਮਸੈਲਵਸ। ਸੋ ਕੀ ਚਾਹੁੰਦੇ ਨੇ? ਸਟੂਡੈਂਟਸ ਨੂੰ ਅਵੇਅਰ ਕਰਨਾ ਚਾਹੁੰਦੇ ਨੇ। ਟੂ ਮੇਕ ਦ ਸਟੂਡੈਂਟਸ ਅਵੇਅਰ, ਵਿਦਿਆਰਥੀਆਂ ਨੂੰ ਅਵੇਅਰ ਕਰਨਾ ਚਾਹੁੰਦੇ ਨੇ ਇਸ ਗੱਲ ਪ੍ਰਤੀ। ਅਬਾਊਟ ਦ ਡਿਫਰੈਂਟ ਵੇਜ਼ ਆਫ ਪ੍ਰੋਟੈਕਟਿੰਗ ਦੈਮਸੈਲਵਸ। ਡਿਫਰੈਂਟ ਹੁੰਦਾ ਆ ਵੱਖ-ਵੱਖ, ਵੇਜ਼ ਹੁੰਦੇ ਨੇ ਤਰੀਕੇ, ਵੱਖ-ਵੱਖ ਤਰੀਕਿਆਂ ਬਾਰੇ ਉਹ ਅਵੇਅਰ ਕਰਨਾ ਚਾਹੁੰਦੇ ਨੇ। ਅਬਾਊਟ ਮਤਲਬ ਬਾਰੇ, ਆਫ ਪ੍ਰੋਟੈਕਟਿੰਗ ਦੈਮਸੈਲਵਸ ਦਾ ਮਤਲਬ ਹੈ ਵੀ ਆਪਣੇ ਆਪ ਨੂੰ, ਵੀ ਵਿਦਿਆਰਥੀ ਆਪਣੇ ਆਪ ਨੂੰ ਕਿਵੇਂ ਬਚਾਉਣ ਅਤੇ ਉਹਦੇ ਵੱਖਰੇ ਵੱਖਰੇ ਜਿਹੜੇ ਤਰੀਕੇ ਨੇ ਉਹਦੇ ਬਾਰੇ ਇਸ ਚੈਪਟਰ 'ਚ ਅਵੇਅਰ ਕੀਤਾ ਜਾ ਰਿਹਾ। ਹੁਣ ਆਪਾਂ ਇਸ ਚੈਪਟਰ ਦੇ ਵਿੱਚ ਆਏ ਨਵੇਂ ਵਰਡਸ ਨੂੰ ਦੇਖਦੇ ਹਾਂ। ਨਿਊ ਵਰਡਸ। ਟੱਚ ਵਰਡ ਸਾਰਿਆਂ ਦੇ ਪਤਾ ਹੀ ਹੈ ਕਿਉਂਕਿ ਟੱਚ ਫੋਨ ਯੂਜ਼ ਕਰਦੇ ਹਾਂ। ਟੱਚ ਫੋਨ ਮਤਲਬ ਜਿਹਨੂੰ ਅਸੀਂ ਟੱਚ ਦਾ ਮਤਲਬ ਹੁੰਦਾ ਹੈ ਛੂਹਣਾ, ਹੱਥ ਲਾਉਣਾ, ਠੀਕ ਹੈ। ਐਕਸਪਲੇਨ ਦਾ ਮਤਲਬ ਹੁੰਦਾ ਹੈ ਵਿਆਖਿਆ ਕਰਨੀ, ਕਿਸੇ ਚੀਜ਼ ਨੂੰ ਬਿਆਨ ਕਰਨਾ, ਖੋਲ੍ਹ ਕੇ ਦੱਸਣਾ। ਐਕਸਪਲੇਨਡ ਇਹ ਸੈਕਿੰਡ ਫਾਰਮ ਹੋ ਗਈ, ਡੀ ਲੱਗ ਗਈ ਪਿੱਛੇ, ਇਹਦਾ ਮਤਲਬ ਹੈ ਵੀ ਤੁਸੀਂ ਕਿਸੇ ਗੱਲ ਨੂੰ ਖੋਲ੍ਹ ਕੇ ਬਿਆਨ ਕੀਤਾ। ਬੈਕਯਾਰਡ ਜਿਹੜਾ ਹੈ ਇਹ ਇੱਧਰ ਇਹਨਾਂ ਕੰਟਰੀਜ਼ ਵਿੱਚ ਆਪਣੇ ਜਿੱਦਾਂ UK ਹੋ ਗਿਆ ਜਾਂ ਇੱਧਰ ਕੈਨੇਡਾ ਹੋ ਗਿਆ, ਇਹਨਾਂ ਮੁਲਕਾਂ 'ਚ ਜ਼ਿਆਦਾ ਹੁੰਦਾ ਆ। ਬੈਕਯਾਰਡ ਹੁੰਦਾ ਆ ਜਿਹੜਾ ਵਿਹੜਾ ਹੁੰਦਾ ਹੈ, ਘਰ ਦੇ ਪਿਛਲੇ ਬੰਨੇ ਥੋੜ੍ਹੀ ਥਾਂ ਛੱਡੀ ਹੁੰਦੀ ਹੈ ਨਿਆਣਿਆਂ ਦੇ ਖੇਡਣ ਵਾਸਤੇ। ਆਪਾਂ ਅਗਲੇ ਬੰਨੇ ਛੱਡਦੇ ਹਾਂ ਨਾ ਵਿਹੜਾ, ਸੋ ਇਹਨੂੰ ਪਿਛਲੇ ਪਾਸੇ ਛੱਡਿਆ ਹੁੰਦਾ, ਉਹਨੂੰ ਬੈਕਯਾਰਡ ਕਹਿੰਦੇ ਨੇ। ਬਿਲੋਂਗ ਵਰਡ ਹੈ, ਨਾਲ ਐਸ ਲੱਗਿਆ ਹੋਇਆ। ਬਿਲੋਂਗਸ ਦਾ ਮਤਲਬ ਹੁੰਦਾ ਹੈ ਸੰਬੰਧਿਤ, ਠੀਕ ਹੈ। ਸੋ ਜਦੋਂ ਆਪਾਂ ਕਹੀਏ ਕਿ ਇਹ ਵੀਡੀਓ ਕਾਹਦੇ ਬਾਰੇ ਹੈ, ਠੀਕ ਹੈ। ਸੋ ਇਹ ਜਿਹੜੀ ਹੈ ਵੀਡੀਓ, ਇਟ ਬਿਲੋਂਗਸ ਟੂ ਇੰਗਲਿਸ਼ ਲਰਨਿੰਗ, ਵੀ ਅੰਗਰੇਜ਼ੀ ਸਿੱਖਣ ਬਾਰੇ ਹੈ। ਸੋ ਜਾਂ ਕੋਈ ਚੀਜ਼ ਪਈ ਹੈ ਅਤੇ ਆਪਾਂ ਕਹਾਂਗੇ ਇਟ ਬਿਲੋਂਗਸ ਟੂ ਹਿਮ, ਵੀ ਇਹ ਉਹਦੀ ਹੈ। ਡਿਸਅਪੁਆਇੰਟਡ, ਇਸ ਵਰਡ ਨੂੰ ਕਿੱਦਾਂ ਬੋਲਣਾ? ਡਿਸਅਪੁਆਇੰਟਡ ਮਤਲਬ ਕਿ ਨਿਰਾਸ਼। ਜਦੋਂ ਕੋਈ ਬੰਦਾ ਉਦਾਸ ਹੁੰਦਾ ਤਾਂ ਉਹਨੂੰ ਕਹਿੰਦੇ ਨੇ ਡਿਸਅਪੁਆਇੰਟਡ। ਅਨਕੰਫਰਟੇਬਲ ਦਾ ਮਤਲਬ ਹੈ ਕਿ ਜਦੋਂ ਤੁਸੀਂ ਚੰਗਾ ਮਹਿਸੂਸ, ਮਤਲਬ ਕਿ ਸਹੀ ਮਹਿਸੂਸ ਨਹੀਂ ਕਰਦੇ, ਔਕਵਰਡ ਜਿਹਾ ਫੀਲ ਕਰਦੇ ਹੋ। ਮੰਨ ਲਓ ਇੱਕ 7ਵੀਂ 8ਵੀਂ 9ਵੀਂ ਕਲਾਸ ਦਾ ਬੱਚਾ, ਕੋਈ ਵੀ ਸਟੂਡੈਂਟ ਹੈ, ਅਤੇ ਉਹਨੂੰ ਉਹਦੇ ਸਕੂਲ ਦੇ ਜਿੰਨੇ ਵੀ ਟੀਚਰਸ ਨੇ ਉਹ ਬੈਠੇ ਹੋਣ ਅਤੇ ਉਸੇ ਕਮਰੇ ਦੇ ਵਿੱਚ ਉਹਨੂੰ ਕਿਹਾ ਜਾਏ ਕਿ ਤੂੰ ਆਪਣੇ ਟੀਚਰਸ ਨਾਲ ਬਹਿ ਕੇ ਰੋਟੀ ਖਾਣੀ ਹੈ, ਅਤੇ ਕਿੱਦਾਂ ਦਾ ਫੀਲ ਹੁੰਦਾ ਆ, ਹੈ ਨਾ।
ਅਨਕੰਫਰਟੇਬਲ ਫੀਲ ਹੁੰਦਾ ਨਾ। ਜੇ ਬਹੁਤ ਸਾਰੀਆਂ ਕੁੜੀਆਂ ਬੈਠੀਆਂ ਹੋਣ ਅਤੇ ਉਹਨਾਂ ਦੇ ਵਿੱਚ ਇੱਕ ਮੁੰਡੇ ਨੂੰ ਬਿਠਾ ਕੇ ਕਿਹਾ ਜਾਵੇ ਤੂੰ ਇੱਥੇ ਬਹਿ ਕੇ ਆਈਸਕ੍ਰੀਮ ਖਾਣੀ ਆ, ਉਹ 15 ਵਾਰੀ ਆਪਣੇ ਮੂੰਹ ਨਹੀਂ ਪੂੰਝੀ ਜਾਏਗਾ ਕਿ ਕਿਤੇ ਮੇਰੇ ਮੂੰਹ ਨੂੰ ਕੁਛ ਲੱਗਾ ਤਾਂ ਨਹੀਂ, ਕਿ ਮੇਰਾ ਕੋਈ ਮਜ਼ਾਕ ਤਾਂ ਨਾ ਡਾ ਦੇਗਾ। ਤਾਂ ਉਹਨੂੰ ਕੀ ਕਹਿੰਦੇ ਆ, ਅਨਕੰਫਰਟੇਬਲ। ਅਤੇ ਜਾਂ ਫਿਰ ਤੁਸੀਂ ਕਿਤੇ ਨਹੀਂ ਚੰਗਾ ਫੀਲ ਕਰਦੇ, ਉਹਨੂੰ ਅਨਕੰਫਰਟੇਬਲ ਕਿਹਾ ਜਾਂਦਾ ਹੈ। ਠੀਕ ਹੈ, ਸਹੀ ਤਰੀਕੇ ਨਾਲ ਨਹੀਂ ਬੈਠੇ, ਹੈ ਨਾ, ਤੁਹਾਡਾ ਬੈਠੇ ਬੈਠੇ ਲੱਕ ਥੱਕ ਗਿਆ, ਉਹ ਅਨਕੰਫਰਟੇਬਲ। ਸਿਮਿਲਰਲੀ ਦਾ ਮਤਲਬ ਹੈ ਵੀ ਇਸੇ ਤਰ੍ਹਾਂ। ਠੀਕ, ਜਿੱਦਾਂ ਦੋ ਚੀਜ਼ਾਂ ਹੁੰਦੀਆਂ ਨੇ, ਉਹਨੂੰ ਆਪਾਂ ਬਿਆਨ ਕਰਦੇ ਹਾਂ ਇੱਕ ਚੀਜ਼ ਨੂੰ ਦੂਸਰੀ ਦੇ ਨਾਲ, ਬਈ ਜਿੱਦਾਂ ਆਹ ਗੱਲ ਹੈ ਉਵੇਂ ਹੀ ਇਹ ਹੈ, ਅਤੇ ਉਹ ਜਿਹੜੀ ਉੱਥੇ ਵਰਡ ਆਉਂਦਾ ਨਾ ਉਵੇਂ ਹੀ ਆ, ਉਹਨੂੰ ਉੱਥੇ ਆ ਸਿਮਿਲਰਲੀ ਯੂਜ਼ ਹੁੰਦਾ ਆ। ਰਿਮੈਂਬਰ, ਯਾਦ ਰੱਖਣਾ, ਯਾਦ ਕਰਨਾ। ਇਸ ਤੋਂ ਅੱਗੇ ਆ ਜੀ ਪ੍ਰੀ ਰੀਡਿੰਗ ਦੇ ਕੁਐਸਚਨਸ। ਮੈਨੂੰ ਇਹ ਕਿਤਾਬਾਂ ਬਹੁਤ ਪਸੰਦ ਆਈਆਂ ਸੱਚੀ, ਪੰਜਾਬ ਬੋਰਡ ਦੀਆਂ, ਕਿਉਂਕਿ ਇਹਨਾਂ 'ਚ ਸਿੱਖਣ ਨੂੰ ਬਹੁਤ ਕੁਛ, ਬੜੇ ਨਵੇਂ ਵਰਡਸ ਨੇ, ਬੜਾ ਕੁਛ ਹੈ। ਪ੍ਰੀ ਰੀਡਿੰਗ 'ਚ ਕੀ ਕਹਿੰਦੇ ਨੇ, ਡੂ ਯੂ ਫੀਲ ਸੇਫ ਇਨ ਦ ਕੰਪਨੀ ਆਫ ਯੋਰ ਪੇਰੈਂਟਸ ਔਰ ਅਲੋਨ। ਹੁਣ ਇੱਥੇ ਉਹਨਾਂ ਨੇ ਆਖਿਆ ਡੂ ਯੂ ਫੀਲ ਸੇਫ, ਕੀ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਇਨ ਦ ਕੰਪਨੀ ਆਫ ਯੋਰ ਪੇਰੈਂਟਸ, ਵੀ ਆਪਣੇ ਮਾਤਾ ਪਿਤਾ ਦੀ ਕੰਪਨੀ ਦੇ ਵਿੱਚ, ਮਤਲਬ ਕਿ ਉਹਨਾਂ ਦੇ ਨਾਲ ਰਹਿੰਦਿਆਂ ਹੋਇਆਂ, ਜਾਂ ਅਲੋਨ, ਅਤੇ ਜਾਂ ਫਿਰ ਇਕੱਲਿਆਂ, ਵੀ ਤੁਸੀਂ ਇਕੱਲਿਆਂ ਜ਼ਿਆਦਾ ਚੰਗਾ ਮਹਿਸੂਸ ਕਰਦੇ ਹੋ, ਸੁਰੱਖਿਅਤ ਮਹਿਸੂਸ ਕਰਦੇ ਹੋ, ਜਾਂ ਮਾਤਾ ਪਿਤਾ ਨਾਲ। ਬੱਚੇ ਜਿਹੜੇ ਨੇ ਉਹ ਹਮੇਸ਼ਾ ਮਾਤਾ ਪਿਤਾ ਨਾਲ ਹੀ ਸੇਫ ਜਿਹੜਾ ਫੀਲ ਕਰਦੇ ਨੇ। ਵੈਨ ਡੂ ਯੂ ਫੀਲ ਅਨਸੇਫ, ਅਨਸੇਫ ਮਤਲਬ ਕਿ ਅਸੁਰੱਖਿਅਤ, ਫੀਲ ਮਤਲਬ ਮਹਿਸੂਸ ਕਰਨਾ। ਠੀਕ ਆ, ਵੈਨ ਡੂ ਯੂ ਫੀਲ ਅਨਸੇਫ, ਤੁਸੀਂ ਕਦੋਂ ਅਸੁਰੱਖਿਅਤ ਮਹਿਸੂਸ ਕਰਦੇ ਹੋ। ਵੈਨ ਮਤਲਬ ਕਦੋਂ, ਯੂ ਫੀਲ, ਵੈਨ ਡੂ ਯੂ ਫੀਲ ਅਨਸੇਫ, ਤੁਸੀਂ ਕਦੋਂ ਅਸੁਰੱਖਿਅਤ ਮਹਿਸੂਸ ਕਰਦੇ ਹੋ। ਤੀਜਾ, ਡੂ ਯੂ ਨੋ ਵਾਟ ਇਜ਼ ਗੁੱਡ ਔਰ ਬੈਡ ਟੱਚ, ਕੀ ਤੁਹਾਨੂੰ ਪਤਾ ਹੈ। ਡੂ ਯੂ ਨੋ, ਡੂ ਯੂ ਨੋ, ਇਹਨੂੰ ਇੱਦਾਂ ਬੋਲਣਾ, ਡੂ ਯੂ ਨੋ, ਤੁਹਾਨੂੰ ਪਤਾ ਹੈ। ਤੁਸੀਂ ਕਿਤੇ ਵੀ ਕਿਸੇ ਨੂੰ ਕਹਿਣਾ ਹੋਵੇ ਡੂ ਯੂ ਨੋ, ਤੈਨੂੰ ਪਤਾ, ਜਾਂ ਫਿਰ ਸ਼ਾਰਟ ਫਾਰਮ 'ਚ ਵੀ ਕਹਿੰਦੇ ਯੂ ਨੋ, ਇਹ ਤਾਂ ਵਰਡ ਆਮ ਬਹੁਤ ਫੇਮਸ ਹੋ ਗਿਆ। ਡੂ ਯੂ ਨੋ ਵਾਟ ਇਜ਼ ਗੁੱਡ ਔਰ ਬੈਡ ਟੱਚ, ਤੁਹਾਨੂੰ ਪਤਾ ਹੈ ਕਿ ਗੁੱਡ ਔਰ ਬੈਡ ਟੱਚ ਕੀ ਹੁੰਦਾ ਆ, ਚੰਗਾ ਅਤੇ ਮਾੜਾ ਸਪਰਸ਼ ਕੀ ਹੁੰਦਾ ਆ। ਠੀਕ ਆ, ਸੋ ਇਹਦੇ ਬਾਰੇ ਇਹ ਲੈਸਨ ਹੈ, ਬੜਾ ਹੀ ਵਧੀਆ ਟੌਪਿਕ ਹੈ, ਇਹਨੂੰ ਡਿਸਕਸ ਕਰਨਾ ਚਾਹੀਦਾ ਘਰਾਂ ਵਿੱਚ ਆਪਣੇ ਬੱਚਿਆਂ ਦੇ ਨਾਲ, ਜੇ ਤੁਸੀਂ ਮਾਤਾ ਪਿਤਾ ਹੋ ਜਾਂ ਤੁਸੀਂ ਮੇਰੇ ਹਮ ਉਮਰ ਹੋ, ਜਾਂ ਜਿਹੜੇ ਤੁਸੀਂ ਵੱਡੀ ਉਮਰ ਦੇ ਜਾਂ ਬੱਚੇ ਹੋ। ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਇਨਸਾਨ ਤੁਹਾਨੂੰ ਕਿਸ ਤਰੀਕੇ ਨਾਲ ਟੱਚ ਕਰ ਰਿਹਾ। ਠੀਕ ਹੈ, ਸੋ ਇਸ ਚੀਜ਼ ਨੂੰ ਹਮੇਸ਼ਾ ਖਿਆਲ ਰੱਖਣਾ। ਸੋਨੀਆ, A 6-year-old girl was playing in the backyard of her house. ਸੋਨੀਆ ਇੱਕ ਕੁੜੀ ਹੈ ਜਿਹੜੀ ਕਿ 6 ਸਾਲ ਦੀ ਹੈ। A 6-year-old girl, 6 ਸਾਲ ਦੀ ਕੁੜੀ ਹੈ। was playing ਦਾ ਮਤਲਬ ਖੇਡ ਰਹੀ ਸੀ। ਹੁਣ ਇਹ ਪਾਸਟ ਕੰਟੀਨਿਊਸ ਟੈਂਸ ਹੈ ਨਾ। was playing in the backyard, ਸੋ ਕਿੱਥੇ ਖੇਡ ਰਹੀ ਸੀ, ਬੈਕਯਾਰਡ ਮਤਲਬ ਕਿ ਉਹਨਾਂ ਦੇ ਘਰ ਦੀ ਜਿਹੜੀ ਪਿਛਲੇ ਪਾਸੇ ਥਾਂ ਹੈ ਖੇਡਣ ਨੂੰ, ਬੈਕਯਾਰਡ ਦੇ ਵਿੱਚ, ਉੱਥੇ ਖੇਡਦੀ ਪਈ ਸੀ। ਆਫ ਹਰ ਹਾਊਸ, ਆਪਣੇ ਘਰ ਦੇ। ਸੋਨੀਆ ਜੋ ਕਿ 6 ਸਾਲਾਂ ਦੀ ਕੁੜੀ ਹੈ, ਉਹ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਖੇਡ ਰਹੀ ਸੀ। ਸ਼ੀ ਸੌ ਅ ਬਿਊਟੀਫੁਲ ਬਟਰਫਲਾਈ, ਬਟਰਫਲਾਈ ਕਹਿੰਦੇ ਨੇ ਤਿਤਲੀ ਨੂੰ, ਸੌ ਮਤਲਬ ਦੇਖੀ ਜਾਂ ਦੇਖਿਆ। ਸੋ ਇਸੇ ਜਿਹੜਾ ਆਰਾ ਨਹੀਂ ਹੁੰਦਾ ਲੱਕੜਾਂ ਦੇ, ਜਿਹਦੇ ਨਾਲ ਆਪਾਂ ਲੱਕੜ ਵੱਢਦੇ ਹਾਂ, ਆਰਾ, ਉਹਨੂੰ ਵੀ ਇਹੀ ਸੇਮ ਇਸੇ ਤਰ੍ਹਾਂ ਲਿਖਿਆ ਜਾਂਦਾ ਔਰ ਇਸੇ ਤਰ੍ਹਾਂ ਹੀ ਬੋਲਿਆ ਜਾਂਦਾ। ਠੀਕ ਆ, ਪਰ ਹੁਣ ਕਿਉਂਕਿ ਪ੍ਰਕਰਨ ਦੇ ਮੁਤਾਬਕ ਹੈ ਤਾਂ ਫਿਰ ਸਾਨੂੰ ਸਮਝ ਆ ਜਾਂਦੀ ਕਿ ਵਰਡ ਦਾ ਮਤਲਬ ਕੀ ਬਣੇਗਾ ਇੱਥੇ। ਸ਼ੀ ਸੌ ਅ ਬਿਊਟੀਫੁਲ ਬਟਰਫਲਾਈ, ਵੀ ਉਹਨੇ ਇੱਕ ਬਟਰਫਲਾਈ ਨੂੰ, ਸੋਹਣੀ ਤਿਤਲੀ ਨੂੰ ਵੇਖਿਆ। ਇਹ ਤਾਂ ਨਹੀਂ ਕਹਾਂਗੇ ਵੀ ਆਰਾ ਲੈ ਕੇ ਤਿਤਲੀ ਵੱਢ ਦਿੱਤੀ, ਨਹੀਂ ਨਾ। ਸੋ ਤਿਤਲੀ ਨੂੰ ਉਹਨੇ ਦੇਖਿਆ, ਦੇਖਿਆ। ਸੌ ਫਸਟ ਫਾਰਮ ਕੀ ਹੈ, ਸੀ, ਅਤੇ ਥਰਡ ਕੀ ਹੈ, ਸੀਨ। ਇਹ ਵਰਬ ਦੀਆਂ ਫਾਰਮਸ ਜਿੱਥੇ ਤੁਹਾਨੂੰ ਮਿਲਣ ਤਾਂ ਉਹਨਾਂ ਨੂੰ ਜ਼ਰੂਰ ਹਮੇਸ਼ਾ ਯਾਦ ਕਰਨਾ, ਕਿਉਂਕਿ ਉਹਦਾ ਤਰੀਕਾ ਇੱਕੋ ਹੀ ਹੈ ਕਿ ਤੁਹਾਨੂੰ ਉਹ ਵਰਬ ਦੀਆਂ ਫਾਰਮਸ ਜਿਹੜੀਆਂ ਨੇ ਉਹ ਯਾਦ ਹੀ ਕਰਨੀਆਂ ਪੈਣਗੀਆਂ। ਉਹਦੇ 'ਚ ਟੀਚਰ ਤੁਹਾਨੂੰ ਪੜ੍ਹਾ ਸਕਦੇ ਨੇ, ਜਾਂ ਤੁਸੀਂ ਮੇਰੇ ਕੋਲੋਂ ਇੱਥੋਂ ਸਿੱਖ ਸਕਦੇ ਹੋ, ਕਿਤੋਂ ਵੀ ਸਿੱਖ ਸਕਦੇ ਹੋ, ਪਰ ਯਾਦ ਤੁਹਾਨੂੰ ਆਪ ਹੀ ਕਰਨਾ ਪੈਣਾ ਹੈ। ਖੈਰ, ਸ਼ੀ ਸੌ ਏ ਬਿਊਟੀਫੁਲ ਬਟਰਫਲਾਈ, ਉਹਨੇ ਇੱਕ ਬਹੁਤ ਸੋਹਣੀ ਤਿਤਲੀ ਦੇਖੀ। ਸ਼ੀ ਟਰਾਈਡ ਦਾ ਮਤਲਬ ਹੈ ਟਰਾਈ ਕੀਤਾ, ਕੋਸ਼ਿਸ਼ ਕੀਤੀ। ਟੂ ਕੈਚ ਇਟ, ਇਹਨੂੰ ਫੜਨ ਦੀ। ਉਹਨੇ ਕੋਸ਼ਿਸ਼ ਕੀਤੀ ਇਹਨੂੰ ਫੜਨ ਦੀ, ਬਟ ਕੁਡ ਨੋਟ। ਹੁਣ ਕੁਡ, ਕਈ ਸਵਾਲ ਕਰਦੇ ਨੇ ਕੁਡ ਦਾ ਕੀ ਮਤਲਬ ਹੈ। ਆਹ ਦੇਖੋ, ਕੁਡ ਨੋਟ ਦਾ ਮਤਲਬ ਹੈ ਉਹ ਨਹੀਂ ਫੜ ਸਕੀ। ਠੀਕ ਆ, ਕੁਡ ਦਾ ਮਤਲਬ ਹੈ ਸਕੀ। ਸੋ ਇੱਥੇ ਵੀ ਜਿੱਦਾਂ ਮੈਂ ਉੱਥੇ ਨਹੀਂ ਜਾ ਸਕਿਆ, ਆਈ ਕੁਡ ਨੋਟ ਗੋ ਦੇਅਰ, ਫਸਟ ਫਾਰਮ ਆ ਜਾਣੀ ਹੈ, ਆਈ ਕੁਡ ਨੋਟ ਗੋ ਦੇਅਰ, ਮੈਂ ਉੱਥੇ ਨਹੀਂ ਜਾ ਸਕਿਆ। ਸੋ ਇਸੇ ਤਰ੍ਹਾਂ ਇੱਥੇ ਆਈ ਆ ਵੀ ਉਹ ਕੁੜੀ ਉਹਨੂੰ, ਤਿਤਲੀ ਨੂੰ ਨਹੀਂ ਫੜ ਸਕੀ। ਸ਼ੀ ਟਰਾਈਡ ਟੂ ਕੈਚ ਇਟ, ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ।
ਇਟ ਆਉਣਾ ਆ ਨਾ ਇੱਥੇ, ਇਟ ਮਤਲਬ ਤਿਤਲੀ ਨੂੰ, ਤਿਤਲੀ ਬਾਰੇ ਕਿਹਾ ਜਾ ਰਿਹਾ, ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਦੋਂ ਆਪਾਂ ਕਿਸੇ ਜੀਵਾਂ, ਹੋਰ ਜੀਵਾਂ ਬਾਰੇ, ਕ੍ਰੀਚਰਸ ਬਾਰੇ ਗੱਲ ਕਰਦੇ ਹਾਂ ਤਾਂ ਉੱਥੇ ਇਟ ਆਉਂਦਾ ਜ਼ਿਆਦਾਤਰ। ਐਂਡ ਵਾਜ਼ ਡਿਸਅਪੋਇੰਟਡ, ਅਤੇ ਨਿਰਾਸ਼ ਸੀ। ਸ਼ੀ ਕੇਮ ਟੂ ਹਰ ਮਦਰ, ਹਰ ਮਤਲਬ ਕੁੜੀ ਹੈ। ਸ਼ੀ ਕੇਮ ਟੂ ਹਰ ਮਦਰ, ਹਰ ਮਤਲਬ ਉਸ ਦੀ, ਮਦਰ ਮਾਂ, ਉਹ ਆਪਣੀ ਮੰਮੀ ਕੋਲ ਆਉਂਦੀ ਆ ਅਤੇ ਉੱਥੇ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ। ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨੂੰ ਕਹਿੰਦੇ ਨੇ ਕਨਵਰਸੇਸ਼ਨ। ਕੀ ਕਹਿੰਦੇ ਨੇ? ਕਨਵਰਸੇਸ਼ਨ। ਵਾਈ ਆਰ ਯੂ ਸੈਡ ਸੋਨੀਆ? ਮੰਮੀ ਨੇ ਪੁੱਛਿਆ, ਵਾਈ ਆਰ ਯੂ ਸੈਡ ਸੋਨੀਆ, ਵੀ ਸੋਨੀਆ ਤੂੰ ਉਦਾਸ ਕਿਉਂ ਹੈ? ਠੀਕ ਆ, ਸੋ ਮੰਮੀ ਨੇ ਇਸ ਤਰ੍ਹਾਂ ਪੁੱਛਿਆ। ਸੋ ਅੱਗੋਂ ਫਿਰ ਸੋਨੀਆ ਕੀ ਕਹਿੰਦੀ ਹੈ, ਉਹਨੇ ਆਖਿਆ, ਦੇਅਰ ਵਾਜ਼ ਅ ਕਲਰਫੁਲ ਬਟਰਫਲਾਈ ਇਨ ਦ ਬੈਕਯਾਰਡ। ਦੇਅਰ ਮਤਲਬ ਉੱਥੇ, ਵਾਜ਼ ਮਤਲਬ ਸੀ, ਅ ਕਲਰਫੁਲ ਬਟਰਫਲਾਈ ਇੱਕ ਰੰਗ ਬਰੰਗੀ ਤਿਤਲੀ, ਇਨ ਦ ਬੈਕਯਾਰਡ ਪਿਛਲੇ ਵਿਹੜੇ ਵਿੱਚ ਇੱਕ ਬੜੀ ਸੋਹਣੀ ਰੰਗ ਬਰੰਗੀ ਤਿਤਲੀ ਸੀ। ਹੁਣ ਇਹਦੇ ਵਿੱਚੋਂ ਜੇ ਤੁਹਾਨੂੰ ਕੋਈ ਆਖੇ ਵੀ ਇਸ ਲਾਈਨ ਵਿੱਚ ਐਡਜੈਕਟਿਵ ਕਿਹੜਾ ਆ, ਐਡਜੈਕਟਿਵ ਹੋ ਗਿਆ ਕਲਰਫੁਲ, ਕਿਉਂਕਿ ਇਸ ਲੈਸਨ ਦੇ ਐਂਡ ਦੇ ਉੱਤੇ ਤੁਹਾਨੂੰ ਐਡਜੈਕਟਿਵਸ ਪੁੱਛੇ ਜਾਣੇ ਆ ਕਿ ਕਿਹੜੇ ਆਏ ਆ। ਸੋ ਉਹਨਾਂ ਚੀਜ਼ਾਂ ਨੂੰ ਤੁਸੀਂ ਇੱਥੇ ਨਾਲ ਹੀ ਦੇਖ ਲਓ। ਕਲਰਫੁਲ ਕੀ ਹੈ? ਰੰਗ ਬਰੰਗੀ। ਐਡਜੈਕਟਿਵ ਕੀ ਹੁੰਦਾ ਹੈ? ਮੈਂ ਪਿਛਲੇ ਲੈਸਨ ਵਿੱਚ ਵੀ ਦੱਸਿਆ ਹੋਇਆ, ਐਡਜੈਕਟਿਵ ਜਿਹੜਾ ਕਿਸੇ ਚੀਜ਼ ਦੀ ਵਿਸ਼ੇਸ਼ਤਾ ਨੂੰ ਬਿਆਨ ਕਰਦਾ। ਕਲਰਫੁਲ ਕੀ ਹੈ? ਰੰਗ ਬਰੰਗੀ। ਕੀ ਰੰਗ ਬਰੰਗੀ ਕੌਣ ਆ? ਬਟਰਫਲਾਈ, ਤਿਤਲੀ ਰੰਗ ਬਰੰਗੀ ਹੈ। ਸੋ ਰੰਗ ਬਰੰਗੀ ਜਿਹੜਾ ਵਰਡ ਹੈ, ਜੋ ਕਲਰਫੁਲ ਹੈ, ਉਹ ਐਡਜੈਕਟਿਵ ਹੈ, ਵਿਸ਼ੇਸ਼ਣ ਹੈ, ਜਿਹੜਾ ਕਿ ਉਸ ਤਿਤਲੀ ਦੇ ਬਾਰੇ ਬਿਆਨ ਕਰ ਰਿਹਾ ਕਿ ਕਿਹੋ ਜਿਹੀ ਹੈ। ਓਕੇ, ਆਈ ਵੋਂਟਡ ਟੂ ਕੈਚ ਇਟ, ਮੈਂ ਇਹਨੂੰ ਫੜਨਾ ਚਾਹੁੰਦੀ ਸੀ। ਵੋਂਟਡ ਸੈਕਿੰਡ ਫਾਰਮ ਹੋ ਗਈ ਵੋਂਟ ਦੀ, ਵੋਂਟਡ। ਆਈ ਵੋਂਟਡ ਟੂ ਕੈਚ ਇਟ ਬਟ ਇਟ ਫਲਿਊ ਅਵੇ, ਪਰ ਇਹ ਉੱਡ ਗਈ। ਬਟ ਇਟ ਫਲਿਊ ਅਵੇ। ਜੇ ਹੁਣ ਕੋਈ ਸਾਨੂੰ ਵੈਸੇ ਪੁੱਛੇ ਬਈ ਇੰਗਲਿਸ਼ ਦੇ ਵਿੱਚ ਦੱਸੋ ਵੀ ਤਿਤਲੀ ਉੱਡ ਗਈ, ਇਹਨੂੰ ਇੰਗਲਿਸ਼ 'ਚ ਬੋਲਣਾ, ਅਤੇ ਸਾਨੂੰ ਸ਼ਾਇਦ ਸੋਚਦਿਆਂ ਘੰਟਾ ਲੱਗ ਜਾਵੇ, ਪਤਾ ਨਹੀਂ ਇਹਦਾ ਕੀ ਬਣੂਗਾ, ਕਿੱਦਾਂ ਕਰਾਂਗੇ, ਹੈ ਨਾ। ਹੁਣ ਇੱਥੇ ਇੰਨਾ ਈਜ਼ੀਲੀ ਦੱਸਿਆ ਹੋਇਆ, ਇਸ ਕਰਕੇ ਮੈਂ ਕਹਿੰਦਾ ਕਿ ਕਿਤਾਬਾਂ ਕਿੰਨੇ ਕੰਮ ਦੀਆਂ ਨੇ, ਵੀ ਸਾਨੂੰ ਈਜ਼ੀਲੀ ਕੰਟੈਂਟ ਮਿਲ ਜਾਂਦਾ, ਇਹਦੇ 'ਚੋਂ ਕਿੰਨਾ ਕੁਛ ਮਿਲ ਜਾਂਦਾ ਸਿੱਖਣ ਨੂੰ। ਬਟ ਇਟ ਫਲਿਊ ਅਵੇ, ਫਲਿਊ ਸੈਕਿੰਡ ਫਾਰਮ, ਠੀਕ ਹੈ। ਇਟ ਫਲਿਊ ਅਵੇ, ਇਹ ਉੱਡ ਗਈ। ਆਈ ਡੋਂਟ ਨੋ ਵਾਈ, ਆਈ ਡੋਂਟ ਨੋ ਵਾਈ, ਇੱਦਾਂ ਬੋਲਣਾ ਇਹਨੂੰ, ਆਈ ਡੋਂਟ ਨੋ ਵਾਈ, ਮੈਨੂੰ ਨਹੀਂ ਪਤਾ ਕਿਉਂ। ਵਾਈ ਮਤਲਬ ਕਿਉਂ। ਇਹਨਾਂ ਛੋਟੇ ਛੋਟੇ ਵਰਡਸ ਦੇ ਮੀਨਿੰਗ ਤੁਹਾਨੂੰ ਬਿਲਕੁਲ ਯਾਦ ਹੋਣੇ ਚਾਹੀਦੇ ਨੇ। ਵਾਈ, ਹਾਊ, ਵੈਨ, ਹੋਮ, ਹੂਜ਼, ਦਿਸ, ਦੀਜ਼, ਦੋਜ਼, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਇਹਨੂੰ ਗੂਗਲ 'ਤੇ ਤੁਸੀਂ ਇਹਨਾਂ 'ਤੇ ਆਪ ਸਰਚ ਕਰੋ, ਕਿਉਂਕਿ ਇਹਨਾਂ ਤੋਂ ਬਿਨਾਂ ਗੱਡੀ ਨਹੀਂ ਜੇ ਚੱਲਣੀ, ਠੀਕ ਹੈ ਜੀ। ਨਹੀਂ ਤਾਂ ਹਜ਼ਾਰਾਂ ਟੀਚਰ ਰਲ ਕੇ ਵੀ ਤੁਹਾਨੂੰ ਨਹੀਂ ਸਿਖਾ ਸਕਦੇ, ਇਹ ਸਿੱਖਣੇ ਪੈਣੇ ਤੁਹਾਨੂੰ ਵਰਡਸ। ਓ ਦਿਸ ਇਜ਼ ਦਾ ਮੈਟਰ, ਅੱਛਾ ਇਹ ਗੱਲ ਹੈ। ਜਦੋਂ ਆਪਾਂ ਕਹੇ ਨੂੰ ਪਾਵਾਂਗੇ ਵੀ ਦਿਸ ਇਜ਼ ਦਾ ਮੈਟਰ, ਜਿੱਦਾਂ ਮੇਰੇ ਦੁਬਈ ਵਾਲੇ ਜਿਹੜੇ ਯਾਰ ਬੇਲੀ ਆ ਉਹ ਸਿੱਖਣ ਡੇ ਆ, ਅਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇੱਕ ਦੂਜੇ ਨਾਲ ਇੱਦਾਂ ਬੋਲਿਆ ਕਰੋ, ਜਾਂ ਜਿਹੜਾ ਗਰੁੱਪ ਆ, ਸੋ ਤੁਸੀਂ ਇੱਦਾਂ ਇੱਕ ਦੂਜੇ ਨਾਲ, ਉਹ ਅੱਛਾ ਆਹ ਗੱਲ ਹੈ, ਓ ਦਿਸ ਇਜ਼ ਦਾ ਮੈਟਰ। ਸੋ ਇਹਨੂੰ ਤੁਸੀਂ ਰੋਜ਼ ਆਪਣੇ ਭੈਣਾਂ ਭਰਾਵਾਂ ਨਾਲ, ਸੰਗੀਆਂ ਸਾਥੀਆਂ ਨਾਲ ਬੋਲ ਸਕਦੇ ਹੋ ਨਾ। ਓ ਦਿਸ ਇਜ਼ ਦਾ ਮੈਟਰ, ਉਹ ਇਹ ਗੱਲ ਹੈ। ਮੰਮੀ ਨੇ ਫਿਰ ਆਖਿਆ ਵੀ ਅੱਛਾ ਇਹ ਗੱਲ ਹੈ ਵੀ ਤੇਰੇ ਕੋਲ ਤਿਤਲੀ ਫੜੀ ਨਹੀਂ ਗਈ, ਵੀ ਤਾਂ ਉਦਾਸ ਹੈ ਤੂੰ, ਲੈ ਦੱਸ। ਹੁਣ ਸੋਨੀਆ, ਮੰਮੀ ਨੇ ਫਿਰ ਬੋਲਣਾ ਸ਼ੁਰੂ ਕੀਤਾ। ਉਹਦੀ ਮੰਮੀ ਜੀ ਬੋਲਦੇ ਨੇ, ਕਹਿੰਦੇ, ਸੋਨੀਆ ਯੂ ਮੇਡ ਦ ਬਟਰਫਲਾਈ ਅਨਕੰਫਰਟੇਬਲ, ਤੂੰ ਬਟਰਫਲਾਈ ਨੂੰ ਅਨਕੰਫਰਟੇਬਲ ਕਰਤਾ। ਅਨਕੰਫਰਟੇਬਲ ਕਰਤਾ ਵੀ ਉਹਨੂੰ ਜਿਹੜਾ ਆ ਇੱਦਾਂ ਦਾ ਫੀਲ ਕਰਾਤਾ ਕਿ ਉਹ ਅਨਈਜ਼ੀ ਜਿਹਾ ਫੀਲ ਕਰਨਾ, ਵੀ ਇਸ ਤਰ੍ਹਾਂ ਫੀਲ ਕਰਨਾ ਵੀ ਜਿੱਦਾਂ ਆਪਾਂ ਸੰਗ ਜਾਂਦਾ ਕੋਈ ਬੰਦਾ, ਜਾਂ ਅਜੀਬ ਜਿਹਾ ਫੀਲ ਕਰਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਨਕੰਫਰਟੇਬਲ ਕੀ ਹੁੰਦਾ, ਠੀਕ ਆ, ਪਹਿਲਾਂ ਦੱਸਿਆ ਨਾ ਬਈ ਜਦੋਂ ਆਪਾਂ ਕਿਸੇ ਐਸੀ ਥਾਂ 'ਤੇ ਬੈਠੇ ਹੋਈਏ ਜਿੱਥੇ ਸਾਨੂੰ ਬੈਠਣਾ ਜਿਹੜਾ ਆ ਉਹ ਅਜੀਬ ਜਿਹਾ ਲੱਗੇ, ਬਈ ਨਵੇਂ ਰਿਸ਼ਤੇਦਾਰ ਪ੍ਰਾਹੁਣੇ ਜਿਹੇ ਆਏ ਹੋਣ ਜਿਹਨਾਂ ਨੂੰ ਆਪਾਂ ਜਾਣਦੇ ਨਹੀਂ, ਪਹਿਲੀ ਵਾਰੀ ਘਰੇ ਆਏ ਹੋਣ, ਅਤੇ ਉਹਨਾਂ ਸਾਹਮਣੇ ਬਹਿ ਕੇ ਜੇ ਮੰਨ ਲਓ ਤੁਹਾਨੂੰ ਇਹ ਕਹਿ ਦਿੱਤਾ ਜਾਏ ਵੀ ਆ ਤੁਹਾਡੇ ਸਾਹਮਣੇ ਦਿਵਾਣਾ ਪਿਆ ਆ, ਇਹਨੂੰ ਕੱਟ ਕੇ ਖਾਣਾ, ਅਤੇ ਬੰਦਾ ਇਹੀ ਸੋਚੀਦਾ ਵੀ ਦਿਵਾਣੇ ਦਾ ਰਸ ਨਾ ਡਿੱਗ ਜੇ ਮੇਰੇ ਕੱਪੜਿਆਂ 'ਤੇ, ਅਤੇ ਬੰਦਾ ਅਜੀਬ ਅਨਕੰਫਰਟੇਬਲ ਫੀਲ ਕਰਦਾ, ਠੀਕ ਆ। ਜਾਂ ਅਜੀਬ ਜਿਹੇ ਲੋਕਾਂ ਦੇ ਵਿੱਚ ਤੁਸੀਂ ਬੈਠ ਕੇ ਅਨਕੰਫਰਟੇਬਲ ਫੀਲ ਕਰਦੇ ਹੋ। ਸੋ ਤੂੰ ਤਿਤਲੀ ਨੂੰ ਅਨਕੰਫਰਟੇਬਲ ਕਰਤਾ, ਵੀ ਉਹਨੂੰ ਤੂੰ ਉਡਾਤਾ। ਦੈਟਸ ਵਾਈ, ਆਹ ਵਰਡ ਬਹੁਤ ਮੈਂ ਯੂਜ਼ ਕਰਦਾ। ਖੈਰ ਮੈਨੂੰ ਯਾਦ ਹੈ ਕਿ ਮੈਂ ਇਹ ਵਰਡ ਜਿਹੜਾ ਹੈ 2011 'ਚ ਸਿੱਖਿਆ ਸੀ। ਦੈਟਸ ਵਾਈ, ਇਸੇ ਕਰਕੇ। ਵਾਈ ਦਾ ਮਤਲਬ ਹੁੰਦਾ ਆ ਕਿਉਂ, ਪਰ ਜੇ ਤੁਸੀਂ ਇਹਨੂੰ ਦੈਟਸ ਵਾਈ ਨੂੰ ਇਕੱਠਾ ਬੋਲੋਗੇ ਤਾਂ ਇਹਦਾ ਮਤਲਬ ਹੁੰਦਾ ਹੈ ਇਸੇ ਕਰਕੇ। ਦੈਟਸ ਵਾਈ ਇਟ ਫਲਿਊ ਅਵੇ, ਇਸੇ ਕਰਕੇ ਇਹ ਉੱਡ ਗਈ, ਠੀਕ ਆ। ਅਨਕੰਫਰਟੇਬਲ, ਵਾਟ ਇਜ਼ ਦੈਟ, ਉਹ ਕੀ ਹੁੰਦਾ? ਉਹ ਕਹਿੰਦੀ ਵੀ ਅਨਕੰਫਰਟੇਬਲ, ਵਾਟ ਇਜ਼ ਦੈਟ, ਉਹ ਕੀ ਹੁੰਦਾ? ਯੈਸ ਡੀਅਰ,
ਹਾਂ ਮਿੱਠੀਏ, ਉਹ ਆਪਾਂ ਡੀਅਰ ਨੂੰ ਤੁਸੀਂ ਮਿੱਠੀ ਕਹਿ ਲਓ, ਪਿਆਰਾ ਕਹਿ ਲਓ, ਮੱਖਣਾ ਕਹਿ ਲਓ, ਜੋ ਮਰਜ਼ੀ ਕਹਿ ਲਓ ਹੈ ਨਾ। ਪੰਜਾਬੀ 'ਚ ਅਸੀਂ ਕਈ ਲਫ਼ਜ਼ ਯੂਜ਼ ਕਰਦੇ ਹਾਂ। ਹਾਂ ਪੁੱਤਰ, ਬੜੇ ਪਿਆਰ ਨਾਲ ਜਦੋਂ ਤੁਸੀਂ ਕਿਸੇ ਨੂੰ ਕਹਿਣਾ ਹੋਵੇ ਤਾਂ ਉੱਥੇ ਡੀਅਰ ਕਹਿੰਦੇ ਹੋ, ਠੀਕ ਹੈ। ਡੋਂਟ ਯੂ ਰਿਮੈਂਬਰ, ਇਸ ਲਾਈਨ ਦਾ ਕੀ ਮਤਲਬ ਹੈ? ਡੋਂਟ ਯੂ ਰਿਮੈਂਬਰ, ਤੈਨੂੰ ਯਾਦ ਨਹੀਂ, ਤੈਨੂੰ ਯਾਦ ਨਹੀਂ। ਵਾਟ ਯੂਰ ਟੀਚਰ ਐਕਸਪਲੇਨਡ ਯੂ, ਵੀ ਜੋ ਤੈਨੂੰ, ਇੱਥੇ ਵਾਟ ਦਾ ਮਤਲਬ ਹੈ ਜੋ। ਵਾਟ ਯੂਰ ਟੀਚਰ ਐਕਸਪਲੇਨਡ ਯੂ, ਜੋ ਤੇਰੇ ਟੀਚਰ ਨੇ ਤੈਨੂੰ ਦੱਸਿਆ ਸੀ, ਐਕਸਪਲੇਨ ਕੀਤਾ ਸੀ, ਮਤਲਬ ਕਿ ਗੱਲ ਖੋਲ੍ਹ ਕੇ ਸਮਝਾਈ ਸੀ। ਵਾਟ ਯੂਰ ਟੀਚਰ ਐਕਸਪਲੇਨਡ ਯੂ, ਵੀ ਜਿਹੜੀ ਗੱਲ ਤੈਨੂੰ ਟੀਚਰ ਨੇ ਸਮਝਾਈ ਸੀ। ਫਿਰ ਉਹ ਕਹਿੰਦੀ ਅਬਾਊਟ ਵਾਟ, ਕਾਹਦੇ ਬਾਰੇ। ਅਬਾਊਟ ਵਾਟ ਦਾ ਮਤਲਬ ਹੈ ਕਾਹਦੇ ਬਾਰੇ। ਅਬਾਊਟ ਦ ਗੁੱਡ ਟੱਚ ਐਂਡ ਬੈਡ ਟੱਚ, ਅਬਾਊਟ ਦ ਗੁੱਡ ਟੱਚ ਐਂਡ ਬੈਡ ਟੱਚ, ਵੀ ਚੰਗੇ ਸਪਰਸ਼ ਬਾਰੇ ਅਤੇ ਮਾੜੇ ਸਪਰਸ਼ ਬਾਰੇ। ਫਿਰ ਉਹ ਕਹਿੰਦੀ ਹੈ ਆਫ ਕੋਰਸ ਆਈ ਰਿਮੈਂਬਰ ਮਾਮ। ਆਫ ਕੋਰਸ ਦਾ ਮਤਲਬ ਹੁੰਦਾ ਹੈ ਹਾਂ ਬਿਲਕੁਲ, ਆਈ ਰਿਮੈਂਬਰ, ਮੈਨੂੰ ਯਾਦ ਆ। ਸੋ ਕੀ ਕਹਿੰਦੇ ਅੱਗੇ, ਫਿਰ ਕੌਣ ਬੋਲਿਆ? ਮੰਮੀ ਜੀ ਬੋਲਦੇ ਨੇ ਵਾਟ ਵਾਜ਼ ਦੈਟ ਸੋਨੀਆ, ਉਹ ਕੀ ਸੀ, ਮਤਲਬ ਕਿ ਉਹ ਜਿਹੜਾ ਤੁਹਾਨੂੰ ਪੜ੍ਹਾਇਆ ਗਿਆ ਸੀ, ਐਕਸਪਲੇਨ ਕੀਤਾ ਗਿਆ ਸੀ, ਉਹ ਕੀ ਸੀ। ਵਾਟ ਵਾਜ਼ ਦੈਟ ਸੋਨੀਆ, ਸੋਨੀਆ ਉਹ ਕੀ ਸੀ। ਅਤੇ ਫਿਰ ਉਹ ਗੁੜੀਆ ਬੋਲਦੀ, ਸੋਨੀਆ ਕਹਿੰਦੀ ਹੈ ਦ ਟੀਚਰ ਟੌਟ, ਇਹਨੂੰ ਕੀ ਪੜ੍ਹਨਾ? ਟੌਟ, TAUGHT। ਟੀਚ ਹੁੰਦੀ ਹੈ ਫਸਟ ਫਾਰਮ, ਟੀਚ ਹੁੰਦੇ ਆ ਸਿਖਾਉਣਾ, ਅਤੇ ਸੈਕਿੰਡ ਫਾਰਮ ਹੁੰਦੀ ਹੈ ਸਿਖਾਇਆ, ਸਿਖਾਇਆ, ਠੀਕ ਹੈ। ਅਤੇ ਥਰਡ ਫਾਰਮ ਹੋ ਜਾਂਦੀ ਹੈ ਸਿਖਾਇਆ ਹੈ, ਸਿਖਾਇਆ ਸੀ। ਅਤੇ ਸੈਕਿੰਡ ਫਾਰਮ ਕੀ ਹੈ? ਸਿਖਾਇਆ। ਇਹ ਇੰਗਲਿਸ਼ 'ਚ ਕਿੱਦਾਂ ਬਣਦੀ ਹੈ? ਟੌਟ, TAUGHT। The teacher taught us that we have the body parts like head, eyes and legs which can be seen. ਟੀਚਰ ਨੇ ਸਾਨੂੰ ਸਿਖਾਇਆ, ਸਾਨੂੰ ਮਤਲਬ ਕਿ us, ਸਾਨੂੰ ਸਿਖਾਇਆ that ਮਤਲਬ ਕਿ we have the body parts, ਵੀ ਸਾਡੇ ਕੋਲ ਸਰੀਰ ਦੇ ਅੰਗ ਨੇ। have ਦਾ ਮਤਲਬ ਕੋਲ, ਵੀ ਮੇਰੇ ਕੋਲ ਚੀਜ਼ ਹੈ, ਠੀਕ ਹੈ। ਜਿੱਦਾਂ ਮੈਂ ਕਹਾਂ ਆਈ ਹੈਵ ਲੈਪਟੋਪ, ਆਈ ਹੈਵ ਮਾਈ ਬੈਗ, ਆਈ ਹੈਵ ਮਤਲਬ ਮੇਰੇ ਕੋਲ ਹੈ। ਵੀ ਹੈਵ ਦ ਬੋਡੀ ਪਾਰਟਸ, ਵੀ ਸਾਡੇ ਕੋਲ ਸਰੀਰ ਦੇ ਅੰਗ ਨੇ। ਬੋਡੀ ਪਾਰਟਸ ਮਤਲਬ ਸਰੀਰ ਦੇ ਅੰਗ। ਲਾਈਕ ਦਾ ਮਤਲਬ ਇੱਥੇ ਉਹ ਨਹੀਂ ਹੈ ਵੀ ਲਾਈਕ ਬਟਨ ਦਬਾਓ, ਲਾਈਕ ਉਹ ਵਾਲਾ ਹੁੰਦਾ ਆ ਪਸੰਦ ਕਰਨਾ, ਪਰ ਇੱਥੇ ਲਾਈਕ ਦਾ ਮਤਲਬ ਹੈ ਜਿਵੇਂ। ਲਾਈਕ ਮਤਲਬ ਜਿਵੇਂ, ਲਾਈਕ ਹੈਡ ਜਿਵੇਂ ਕਿ ਸਿਰ, ਅੱਖਾਂ ਅਤੇ ਲੱਤਾਂ, ਜਿਹੜੀਆਂ ਕਿ ਵਿਚ ਕੈਨ ਬੀ ਸੀਨ, ਜਿਹੜੀਆਂ ਕਿ ਦੇਖੀਆਂ ਜਾ ਸਕਦੀਆਂ, ਵੀ ਸਾਨੂੰ ਸਾਹਮਣੇ ਦਿਖਦੀਆਂ। ਸਿਮਿਲਰਲੀ ਮਤਲਬ ਇਸੇ ਤਰ੍ਹਾਂ। ਵੀ ਆਲਸੋ ਹੈਵ ਸਮ ਬੋਡੀ ਪਾਰਟਸ ਵਿਚ ਵੀ ਆਲਵੇਜ਼ ਕੀਪ ਕਵਰਡ, ਸਾਡੇ ਕੋਲ ਸਰੀਰ ਦੇ ਅੰਗ ਹੁੰਦੇ ਨੇ ਜਿਹੜੇ ਕਿ ਅਸੀਂ ਹਮੇਸ਼ਾ ਢੱਕ ਕੇ ਰੱਖਦੇ ਹਾਂ, ਠੀਕ ਆ। ਸਿਮਿਲਰਲੀ ਵੀ ਆਲਸੋ ਹੈਵ, ਸਾਡੇ ਕੁਛ ਇਸ ਤਰ੍ਹਾਂ ਦੇ ਬੋਡੀ ਪਾਰਟਸ ਵੀ ਹੁੰਦੇ ਨੇ ਵਿਚ ਵੀ ਆਲਵੇਜ਼ ਕੀਪ ਕਵਰਡ, ਵਿਚ ਮਤਲਬ ਜਿਹੜੇ ਕਿ ਵੀ ਆਲਵੇਜ਼ ਕੀਪ ਕਵਰਡ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਢੱਕ ਕੇ ਰੱਖਦੇ ਹਾਂ, ਕਵਰ ਰੱਖਦੇ ਹਾਂ। ਕੀਪ ਕਵਰਡ, ਜਿੱਦਾਂ ਆਪਾਂ ਕਵਾਂਗੇ ਕੀਪ ਇਟ ਕਵਰਡ, ਵੀ ਇਹਨੂੰ ਢੱਕ ਕੇ ਰੱਖੋ। ਕੀਪ ਇਟ ਕਵਰਡ ਵੀ ਦੁੱਧ ਆ ਜਾਂ ਕੋਈ ਚੀਜ਼ ਆ, ਸਮਾਨ ਹੈ ਕੁਛ ਇੱਦਾਂ ਦਾ। ਕੀਪ ਇਟ ਕਵਰਡ, ਇਹਨੂੰ ਢੱਕ ਕੇ ਰੱਖੋ। ਕੀਪ ਮਤਲਬ ਰੱਖੋ। ਵੈਰੀ ਗੁੱਡ, ਯੂ ਰਿਮੈਂਬਰ ਆਲ, ਸ਼ਾਬਾਸ਼, ਤੈਨੂੰ ਯਾਦ ਆ, ਠੀਕ ਆ, ਮੰਮੀ ਨੇ ਤਾਂ ਆਖਿਆ। ਅਤੇ ਫਿਰ ਉਸ ਤੋਂ ਅੱਗੇ ਉਹ ਕਹਿੰਦੀ ਆ, ਫਿਰ ਉਹਨੇ ਅੱਗੋਂ ਬੋਲਣਾ ਸ਼ੁਰੂ ਕੀਤਾ, ਉਸ ਕੁੜੀ ਨੇ ਕਹਿੰਦੀ ਮਾਈ ਬਾਡੀ ਬਿਲੋਂਗਸ ਟੂ ਮੀ, ਮੇਰਾ ਸਰੀਰ ਮੇਰੇ ਨਾਲ ਸੰਬੰਧ ਰੱਖਦਾ, ਵੀ ਇਹ ਮੇਰਾ ਆ, ਇਟਸ ਮਾਈਨ, ਠੀਕ ਆ। ਮਾਈ ਬਾਡੀ ਬਿਲੋਂਗਸ ਟੂ ਮੀ, ਇਫ ਸਮਵਨ ਟੱਚਸ ਅਸ ਐਂਡ ਵੀ ਫੀਲ ਅਨਕੰਫਰਟੇਬਲ ਦੈਟ ਇਜ਼ ਅ ਬੈਡ ਟੱਚ। ਉਹਨੇ ਆਖਿਆ ਵੀ ਇਫ ਮਤਲਬ ਜੇ, ਸਮਵਨ ਮਤਲਬ ਕੋਈ, ਟੱਚਸ ਇੱਥੇ ਹੁਣ ਐਸ ਲੱਗ ਗਈ ਕਿਉਂਕਿ ਕੋਈ ਦੀ ਗੱਲ ਚੱਲ ਰਹੀ ਹੈ। ਕੋਈ ਮਤਲਬ ਪਹਿਲੀ ਬੋਲਣ ਵਾਲੀ ਆ ਫਸਟ ਫਾਰਮ ਦੇ ਵਿੱਚ ਹੈ ਬੀਬੀ, ਇਹ ਗੁੜੀਆ ਛੋਟੀ ਜੀ। ਫਿਰ ਸੈਕਿੰਡ ਪਰਸਨ ਹੈ ਇਹ ਵਾਲੀ ਮੰਮੀ ਉਹਦੀ, ਠੀਕ ਆ। ਸੋ ਇਹ ਦੋਨੇ ਇੱਕ ਦੂਜੇ ਨਾਲ ਗੱਲ ਕਰ ਰਹੇ ਨੇ, ਪਰ ਹੁਣ ਉਹ ਕੋਈ ਬਾਰੇ ਗੱਲ ਕਰ ਰਹੇ ਨੇ, ਵੀ ਜੇ ਕੋਈ ਟੱਚ ਕਰੇ, ਇਫ ਸਮਨ ਟੱਚਸ ਅਸ ਐਂਡ ਵੀ ਫੀਲ ਅਨਕੰਫਰਟੇਬਲ, ਵੀ ਜੇ ਕੋਈ ਛੂੰਹਦਾ ਆ, ਸਪਰਸ਼ ਕਰਦਾ ਆ ਸਾਨੂੰ ਅਤੇ ਅਸੀਂ ਮਹਿਸੂਸ ਕਰਦੇ ਹਾਂ ਅਨਕੰਫਰਟੇਬਲ, ਠੀਕ ਆ, ਵੀ ਅਸੀਂ ਅਨਕੰਫਰਟੇਬਲ ਫੀਲ ਕਰ ਦਈਏ, ਵੀ ਮਾੜਾ ਮਹਿਸੂਸ ਕਰੀਏ, ਦੈਟ ਇਜ਼ ਅ ਬੈਡ ਟੱਚ, ਉਹ ਬੁਰਾ ਟੱਚ ਹੈ, ਬੁਰਾ ਸਪਰਸ਼ ਹੈ, ਠੀਕ ਹੈ ਜੀ। ਸੋ ਐਸੇ ਲੋਕਾਂ ਤੋਂ ਆਪਣੇ ਨਿਆਣਿਆਂ ਨੂੰ ਬਚਾ ਕੇ ਰੱਖੋ, ਅਤੇ ਬੱਚਿਓ ਤੁਸੀਂ ਵੀ ਆਪਣਾ ਖਿਆਲ ਰੱਖੋ, ਕਿਉਂਕਿ ਇਹ ਦੁਨੀਆ ਇੱਦਾਂ ਦੀ ਹੀ ਹੈ, ਤੁਹਾਨੂੰ ਆਪਣਾ ਬਚਾਅ ਆਪ ਕਰਨਾ ਪੈਣਾ ਹੈ, ਠੀਕ ਆ। ਸੋ ਇਸ ਕਰਕੇ ਸੇਫ ਸਰਕਲ ਵਿੱਚ ਰਹੋ। ਯੈਸ ਯੂ ਆਰ ਰਾਈਟ, ਹਾਂ ਤੂੰ ਠੀਕ ਹੈ। ਐਂਡ ਹਾਊ ਡੂ ਯੂ ਫੀਲ ਵੈਨ ਮਦਰ ਔਰ ਫਾਦਰ ਹਗਸ ਯੂ, ਹਗ ਮਤਲਬ ਜੱਫੀ ਪਾਉਣਾ। ਉਹ ਕਹਿੰਦੀ ਆ, ਮੰਮੀ ਨੇ ਕਿਹਾ ਹਾਂ ਤੂੰ ਠੀਕ ਹੈ, ਠੀਕ ਹੈ ਨਹੀਂ, ਯੂ ਆਰ ਰਾਈਟ, ਠੀਕ ਹੈ ਨਹੀਂ ਹੈ। ਐਂਡ ਹਾਊ ਡੂ ਯੂ ਫੀਲ, ਤੂੰ ਕਿੱਦਾਂ ਮਹਿਸੂਸ ਕਰਦੀ ਹੈ। ਵੈਨ ਮਤਲਬ ਜਦੋਂ, ਮਦਰ ਔਰ ਫਾਦਰ ਮਾਂ ਜਾਂ ਪਿਓ,
ਜੱਫੀ ਪਾਉਂਦੇ ਨੇ ਤੈਨੂੰ, ਵੀ ਤੈਨੂੰ ਜਦੋਂ ਮੰਮੀ ਡੈਡੀ ਜੱਫੀ ਪਾਉਂਦੇ ਆ ਅਤੇ ਫਿਰ ਤੈਨੂੰ ਕਿੱਦਾਂ ਫੀਲ ਹੁੰਦਾ, ਅਤੇ ਕਿੱਦਾਂ ਫੀਲ ਹੁੰਦਾ, ਆਈ ਫੀਲ ਵੈਰੀ ਗੁੱਡ, ਮੈਨੂੰ ਬਹੁਤ ਵਧੀਆ ਫੀਲ ਹੁੰਦਾ, ਕਹਿੰਦੀ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ। ਦੈਨ ਦੈਟ ਇਜ਼ ਅ ਗੁੱਡ ਟੱਚ, ਹਾਂ ਫਿਰ ਇਹ ਇੱਕ ਚੰਗਾ ਸਪਰਸ਼ ਹੈ। ਯੈਸ ਮਮ ਮਾਈ ਟੀਚਰ ਆਲਸੋ ਟੋਲਡ ਮੀ ਦ ਸੇਮ, ਹਾਂ ਮੰਮੀ ਮੇਰੀ ਟੀਚਰ ਨੇ ਵੀ ਮੈਨੂੰ ਇਸੇ ਤਰ੍ਹਾਂ ਦੱਸਿਆ ਸੀ। ਟੋਲਡ ਮਤਲਬ ਦੱਸਿਆ, ਟੈਲ ਮਤਲਬ ਦੱਸਣਾ, ਟੋਲਡ ਹੋ ਗਈ ਸੈਕਿੰਡ ਫੋਰਮ, ਟੋਲਡ ਮਤਲਬ ਦੱਸਿਆ, ਮੀ ਮਤਲਬ ਮੈਨੂੰ, ਟੋਲਡ ਮੀ ਦ ਸੇਮ, ਮੇਰੇ ਟੀਚਰ ਨੇ ਵੀ ਮੈਨੂੰ ਇਸੇ ਤਰ੍ਹਾਂ ਦੱਸਿਆ ਸੀ। ਠੀਕ ਹੈ ਜੀ, ਸੋ ਇਹਨਾਂ ਗੱਲਾਂ ਨੂੰ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਬਾਅਦ ਨਾਓ ਆਈ ਹੈਵ ਅੰਡਰਸਟੂਡ, ਹੁਣ ਵੇਖੋ ਇੱਥੇ ਕਿੰਨੀ ਵਧੀਆ ਤਰੀਕੇ ਨਾਲ ਲਿਖਿਆ। ਹੁਣ ਵਾਪਸ ਉਹਨਾਂ ਨੇ ਆਉਣਾ ਹੈ, ਜਿੰਨੇ ਵੀ ਇਹ ਸਟੋਰੀ ਲਿਖੀ ਹੈ ਬਹੁਤ ਸੋਹਣੇ ਤਰੀਕੇ ਨਾਲ ਉਹਨੇ ਗੱਲ ਨੂੰ ਐਕਸਪਲੇਨ ਕੀਤਾ ਤਾਂ ਕਿ ਬੱਚਿਆਂ ਨੂੰ ਸਮਝ ਆ ਸਕੇ। ਤਿਤਲੀ ਦੀ ਉਦਾਹਰਨ ਤੋਂ ਬਹੁਤ ਵਧੀਆ ਕਿਸੇ ਬੰਦੇ ਨੇ ਇਸ ਚੀਜ਼ ਨੂੰ ਐਕਸਪਲੇਨ ਕੀਤਾ। ਨਾਓ ਹੁਣ ਆਈ ਹੈਵ ਅੰਡਰਸਟੂਡ, ਨਾਓ ਆਈ ਹੈਵ ਅੰਡਰਸਟੂਡ, ਹੁਣ ਮੈਂ ਸਮਝ ਗਈ। ਠੀਕ ਹੈ, ਜੇ ਕੋਈ ਮੁੰਡਾ ਬੋਲੇਗਾ ਤਾਂ ਉਹਦਾ ਮਤਲਬ ਮੈਂ ਸਮਝ ਗਿਆ, ਕਿਉਂਕਿ ਇੰਗਲਿਸ਼ ਦੇ ਵਿੱਚ ਗਈ, ਗਿਆ, ਖਾਧੀ, ਖਾਧਾ ਇੱਦਾਂ ਨਹੀਂ ਹੁੰਦਾ, ਉਹਦੇ ਵਿੱਚ ਤਾਂ ਸਿੱਧਾ ਹੀ ਹੁੰਦਾ ਹੈ ਨਾ। ਠੀਕ ਹੈ, ਨਾਓ ਆਈ ਹੈਵ ਅੰਡਰਸਟੂਡ, ਹੁਣ ਮੈਂ ਸਮਝ ਗਈ। ਵਾਈ ਦ ਬਟਰਫਲਾਈ ਫਲਿਊ ਅਵੇ, ਕਿਉਂ ਤਿਤਲੀ ਉੱਡ ਗਈ। ਠੀਕ ਹੈ, ਦੈਟਸ ਗ੍ਰੇਟ ਸੋਨੀਆ, ਦੈਟਸ ਗ੍ਰੇਟ, ਦੈਟਸ ਗ੍ਰੇਟ ਮਤਲਬ ਬਈ ਹਾਂ ਬਹੁਤ ਵਧੀਆ, ਸ਼ਾਬਾਸ਼ ਹੈ ਸੋਨੀਆ। ਸੋ ਹੁਣ ਅੱਗੇ ਇਹਨਾਂ ਦੋਵਾਂ 'ਚੋਂ ਪਹਿਲਾਂ ਕਿਹਦੀ ਗੱਲ ਆਉਣੀ ਆ? ਵਾਟ ਸ਼ੁਡ ਆਈ ਡੂ ਇਫ ਸਮਨ ਮੇਕਸ ਮੀ ਅਨਕੰਫਰਟੇਬਲ, ਵਾਟ ਸ਼ੁਡ ਆਈ ਡੂ। ਹੁਣ ਆਹ ਲਾਈਨ ਬਹੁਤ ਕੰਮ ਦੀ ਹੈ ਜੀ, ਬਹੁਤ ਜ਼ਿਆਦਾ ਕੰਮ ਦੀ ਹੈ। ਠੀਕ ਹੈ, ਕੋਈ ਬੱਚਾ ਹੈ ਜਾਂ ਵੱਡਾ ਹੈ, ਪਰ ਇੰਗਲਿਸ਼ ਬੋਲਣ ਵਾਸਤੇ, ਇੰਗਲਿਸ਼ ਸਪੀਕਿੰਗ ਵਾਸਤੇ ਦਿਸ ਇਜ਼ I would say that this is really important and everyone must learn this line. What should I do? ਮੈਨੂੰ ਕੀ ਕਰਨਾ ਚਾਹੀਦਾ ਹੈ। ਠੀਕ ਹੈ, what should I do? do ਦਾ ਮਤਲਬ ਕਰਨਾ, I ਮਤਲਬ ਮੈਂ, what ਮਤਲਬ ਕੀ, should ਚਾਹੀਦਾ। what should I do? ਫਿਰ ਮੈਨੂੰ ਕੀ ਕਰਨਾ ਚਾਹੀਦਾ। if someone makes me uncomfortable, makes me uncomfortable, ਵੀ ਜੇ ਕੋਈ ਮੈਨੂੰ ਇਸ ਤਰ੍ਹਾਂ ਤੰਗ ਕਰਦਾ ਹੈ, ਅਨਕੰਫਰਟੇਬਲ ਮਹਿਸੂਸ ਕਰਾਉਂਦਾ, ਮੈਨੂੰ ਕੀ ਕਰਨਾ ਚਾਹੀਦਾ। you should do the same what the butterfly did। ਹੁਣ ਇਹ ਜਿਹੜੀ ਲਾਈਨ ਆ ਕਮਾਲ ਹੈ, ਇਹਦੇ ਤੋਂ ਤੁਹਾਨੂੰ ਸਟਰਕਚਰ ਸਮਝ ਆ ਜਾਣੀ ਹੈ ਕਿ ਇੰਗਲਿਸ਼ ਬੋਲੀ ਕਿਵੇਂ ਜਾਣੀ, ਇੰਗਲਿਸ਼ ਬਣਦੀ ਕਿਵੇਂ ਹੈ, ਇਹਦੇ ਵਿੱਚ ਸੈਂਟੈਂਸ ਬਣਦੇ ਕਿਵੇਂ ਨੇ। ਹੁਣ ਆਹ ਦੇਖੋ, ਯੂ ਸ਼ੁਡ ਡੂ, ਤੈਨੂੰ ਕਰਨਾ ਚਾਹੀਦਾ ਦਾ ਸੇਮ, ਸੇਮ ਉਸੇ ਤਰ੍ਹਾਂ ਵਟ ਦ ਬਟਰਫਲਾਈ ਡਿਡ। ਹੁਣ ਇੱਥੇ ਵਟ ਦਾ ਮਤਲਬ ਕੀ ਨਹੀਂ ਹੈ। ਠੀਕ ਹੈ, ਸੋ ਇੱਥੇ ਕੀ, ਇੱਥੇ ਵਟ ਦਾ ਕੀ ਮਤਲਬ ਹੈ, ਜੋ, ਜੋ ਬਟਰਫਲਾਈ ਨੇ ਕੀਤਾ, ਕੀਤਾ ਮਤਲਬ ਡਿਡ। ਓਕੇ, ਸੋ ਇੱਦਾਂ ਇਹਨੂੰ ਸਮਝੋਗੇ ਤੇ ਹੁਣ ਤੁਸੀਂ ਬੋਲਣਾ ਸ਼ੁਰੂ ਕਰ ਦਿਓ। ਮੰਨ ਲਓ ਤੁਸੀਂ ਇਸ ਇੰਗਲਿਸ਼ ਨੂੰ ਪੜ੍ਹ ਕੇ ਬੋਲਣਾ ਸ਼ੁਰੂ ਕਰ ਦਿਓ ਆਪਣੇ ਭੈਣਾਂ ਭਰਾਵਾਂ, ਕਲੀਗਸ ਦੇ ਨਾਲ, ਯਾਨੀ ਕਿ ਜਿਨ੍ਹਾਂ ਨਾਲ ਕੰਮ ਕਰਦੇ ਹੋ, ਜਾਂ ਸਕੂਲ ਦੇ ਜਾਂ ਟੀਚਰਸ ਨਾਲ। ਸੋ ਤੁਹਾਨੂੰ ਤਾਂ ਇਹ ਲੈਸਨ ਵੈਸੇ ਹੀ ਯਾਦ ਹੋ ਜਾਣੇ। ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਨੂੰ ਕੁਐਸਚਨ ਆਨਸਰ ਦੇ ਰੱਟੇ ਨਹੀਂ ਮਾਰਨੇ ਪੈਣੇ, ਅਤੇ ਜੇ ਤੁਸੀਂ ਇੰਗਲਿਸ਼ ਸਪੀਕਿੰਗ ਦੇ ਮਤਲਬ ਚਾਹਵਾਨ ਹੋ ਤਾਂ ਤੁਹਾਨੂੰ ਤਾਂ ਮਤਲਬ ਕਿ ਆਪਣੇ ਆਪ ਹੀ ਚੀਜ਼ਾਂ ਮੂੰਹ 'ਤੇ ਚੜ੍ਹ ਜਾਣੀਆਂ ਨੇ। ਸੋ ਇਹ ਬਹੁਤ ਵਧੀਆ ਚੀਜ਼ ਹੈ। ਯੂ ਸ਼ੁਡ ਡੂ ਦ ਸੇਮ, ਤੈਨੂੰ ਸੇਮ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਵਾਟ ਦ ਬਟਰਫਲਾਈ ਡਿਡ, ਬਈ ਜੋ ਉਸ ਤਿਤਲੀ ਨੇ ਕੀਤਾ। ਫਰਮਲੀ ਸੇ, ਫਰਮਲੀ, ਫਰਮਲੀ ਦਾ ਮਤਲਬ ਹੁੰਦਾ ਹੈ ਜ਼ੋਰ ਨਾਲ। ਸੇ ਨੋ, ਫਰਮਲੀ ਸੇ ਨੋ, ਜ਼ੋਰ ਨਾਲ ਕਹਿ ਨੋ ਟੂ ਬੈਡ ਟੱਚ, ਵੀ ਮਾੜੇ ਸਪਰਸ਼ ਨੂੰ ਨੋ ਕਹਿ ਦੇਣਾ। ਰਨ ਅਵੇ ਐਂਡ ਕਮ ਟੂ ਯੂਰ ਸੇਫ ਸਰਕਲ, ਦੌੜ ਜਾ, ਦੌੜ ਜਾਓ ਉੱਥੋਂ, ਐਂਡ ਕਮ ਟੂ ਯੂਰ ਸੇਫ ਸਰਕਲ, ਅਤੇ ਆਪਣੇ ਸੇਫ ਸਰਕਲ ਦੇ ਵਿੱਚ ਆ ਜਾਓ। ਸੇਫ ਸਰਕਲ ਕੀ ਹੁੰਦਾ ਵੀ ਜਿੱਥੇ ਤੁਹਾਡੇ ਸਿਆਣੇ ਮੰਮੀ ਪਾਪਾ ਨੇ ਜਾਂ ਫੈਮਿਲੀ ਦੇ ਹੋਰ ਮੈਂਬਰ ਨੇ ਜਿਹੜੇ ਤੁਹਾਡਾ ਖਿਆਲ ਰੱਖਦੇ ਨੇ। ਠੀਕ ਹੈ, ਹੁਣ ਉਹਨੂੰ ਦੱਸਣਾ ਸੇਫ ਸਰਕਲ ਕੀ ਹੁੰਦਾ। ਵਿਚ ਇਜ਼ ਮਾਈ ਸੇਫ ਸਰਕਲ ਮੋਮ, ਹੁਣ ਕਿਹਾ ਮੋਮ ਮੇਰਾ ਸੇਫ ਸਰਕਲ ਕੀ ਹੈ। ਸੇਫ ਮਤਲਬ ਸੁਰੱਖਿਆ, ਸਰਕਲ ਮਤਲਬ ਕਿ ਘੇਰਾ, ਦਾਇਰਾ। ਯੂਰ ਸੇਫ ਸਰਕਲ ਮੀਨਸ ਦ ਪੀਪਲ ਹੂ ਕੇਅਰ ਫॉर ਯੂ, ਤੇਰੇ ਸੇਫ ਸਰਕਲ ਦਾ ਮਤਲਬ ਹੈ ਕਿ ਉਹ ਲੋਕ ਜਿਹੜੇ ਤੇਰਾ ਖਿਆਲ ਰੱਖਦੇ ਨੇ। ਹੂ ਕੇਅਰ ਫॉर ਯੂ, ਹੂ ਦਾ ਮਤਲਬ ਕੌਣ ਹੁੰਦਾ, ਪਰ ਇੱਥੇ ਹੂ ਦਾ ਮਤਲਬ ਹੈ ਜਿਹੜੇ। ਠੀਕ ਹੈ ਜੀ, ਇਸ ਲਈ ਸਿਰਫ ਰੱਟਾ ਨਹੀਂ ਜੇ ਚੱਲਣਾ, ਸਮਝਣਾ ਪੈਣਾ ਟੈਕਨੀਕਸ ਨੂੰ ਕਿ ਕਿੱਦਾਂ ਗੱਲ ਬਣਦੀ ਹੋ। ਓਕੇ, ਯੂਰ ਸੇਫ ਸਰਕਲ ਮੀਨਸ ਦ ਪੀਪਲ ਹੂ ਕੇਅਰ ਫॉर ਯੂ, ਵੀ ਜਿਹੜੇ ਤੇਰਾ ਧਿਆਨ ਰੱਖਦੇ ਨੇ, ਉਹ ਲੋਕ ਤੇਰਾ ਸੇਫ ਸਰਕਲ ਨੇ। ਐਂਡ ਵਿਦ ਹੋਮ ਯੂ ਫੀਲ ਕੰਫਰਟੇਬਲ, ਅਤੇ ਵਿਦ ਹੋਮ ਦਾ ਮਤਲਬ ਜਿਨ੍ਹਾਂ ਨਾਲ, ਹੋਮ ਵਿਦ ਹੋਮ ਵੀ ਜਿਨ੍ਹਾਂ ਨਾਲ ਤੂੰ ਕੰਫਰਟੇਬਲ ਫੀਲ ਕਰਦੀ ਹੈ, ਚੰਗਾ ਮਹਿਸੂਸ ਕਰਦੀ ਹੈ। ਮਦਰ, ਫਾਦਰ, ਟੀਚਰ ਐਂਡ ਗ੍ਰੈਂਡ ਪੇਰੈਂਟਸ। ਸੋ ਆਈ ਵੁੱਡ ਸੁਜੈਸਟ ਕਿ ਮਦਰ ਅਤੇ ਫਾਦਰ ਜਿਹੜੇ ਨੇ, ਪੇਰੈਂਟਸ ਜਿਹੜੇ ਨੇ, ਉਹ ਜਾਂ ਘਰ ਦੇ ਜਿਹੜੇ ਜੀ ਨੇ, ਉਹ ਦੇ ਆਰ ਦਾ ਬੈਸਟ। ਸੋ ਮੇਰੇ ਖਿਆਲ ਨਾਲ ਉਹ ਬੈਸਟ ਸੇਫ ਸਰਕਲ ਹੈ। ਉਸ ਤੋਂ ਬਾਅਦ ਫਿਰ ਟੀਚਰਸ ਆਉਂਦੇ ਨੇ, ਕਿਉਂਕਿ ਟੀਚਰਸ ਤਾਂ ਸਕੂਲ ਵਿੱਚ ਨੇ,
पर माँ प्यो की जिम्मेवारी पहला आ। सो ਜਿਹੜੇ ਵੀ ਤੁਹਾਡਾ ਖਿਆਲ ਰੱਖਦੇ ਨੇ ਓਕੇ ਮਾਮ ਆਈ ਗਾਟ ਇਟ। ਹੁਣ ਜੇ ਗੱਲ ਤੁਹਾਨੂੰ ਸਮਝ ਆ ਜਾਏ ਤਾਂ ਤੁਸੀਂ ਕੀ ਕਹਿੰਦੇ ਓਕੇ ਮਾਮ ਆਈ ਗਾਟ ਇਟ, ਹਾਂ ਮੰਮੀ ਠੀਕ ਹੈ ਮੈਨੂੰ ਸਮਝ ਲੱਗ ਗਈ, ਵੈਰੀ ਗੁੱਡ ਸੋਨੀਆ, ਬਹੁਤ ਵਧੀਆ, ਸ਼ਾਬਾਸ਼ ਸੋਨੀਆ ਤੈਨੂੰ ਸਮਝ ਲੱਗ ਗਈ, ਬੜੀ ਸਿਆਣੀ ਕੁੜੀ ਹੈ ਨਾ ਸੋਨੀਆ। ਖੈਰ ਵੀ ਜਿਹੜਾ ਇੰਨੀ ਛੇਤੀ ਆਖੇ ਲੱਗ ਜਾਂਦੀ ਸਮਝ ਜਾਂਦੀ ਹੈ, ਨਹੀਂ ਤਾਂ ਨਿਆਣੇ ਨੂੰ ਕਈ ਵਾਰ ਮਨਾਉਣਾ ਪੈਂਦਾ ਦਾਬੇ ਮਾਰ ਕੇ। ਖੈਰ ਦਾਬੇ ਮਾਰਨਾ ਬੱਚਾ ਚਿੜਚਿੜਾ ਹੋ ਜਾਂਦਾ, ਇਸ ਲਈ ਭਾਈ ਦਾਬੇ ਮਾਰਨੇ ਅਤੇ ਚਪੇੜ ਮਾਰਨੀ ਇੱਕੋ ਹੀ ਗੱਲ ਹੈ, ਇਸ ਕਰਕੇ ਨਾ ਦਾਬਾ ਮਾਰੋ ਨਾ ਚਪੇੜ ਮਾਰੋ। Have a good relation. I will make a different video about that. Very good, Sonia. ਬਹੁਤ ਵਧੀਆ Sonia. I know you are very wise and intelligent. ਮੈਨੂੰ ਪਤਾ ਤੂੰ ਬਹੁਤ ਸਿਆਣੀ ਹੈ, ਹੁਸ਼ਿਆਰ ਹੈ, ਠੀਕ ਹੈ। ਇਹ ਥੋੜ੍ਹਾ ਜਿਹਾ ਮਿੱਠਾ ਮੱਖਣ ਹੈ ਨਾ ਜਿਹੜਾ ਇਹ ਨਿਆਣੇ ਨੂੰ ਕਾਬੂ ਕਰਨ 'ਚ ਬਹੁਤ ਸਹਾਈ ਹੁੰਦਾ ਹੈ, ਇਸ ਲਈ ਕਦੇ ਕਦੇ ਲਾ ਦੇਣਾ ਚਾਹੀਦਾ, ਪਰ ਜ਼ਿਆਦਾ ਵੀ ਨਹੀਂ ਲਾਉਣਾ ਚਾਹੀਦਾ, ਕਦੇ ਕਦੇ ਹੀ ਵਰਤਣਾ ਹੁੰਦਾ। ਅੱਗੇ ਸੋ ਗਲੋਸਰੀ ਆ ਗਈ। ਗਲੋਸਰੀ ਤੁਹਾਨੂੰ ਪਤਾ ਆ ਔਖੇ ਸ਼ਬਦਾਂ ਦੇ ਮੀਨਿੰਗ। ਡਿਸਅਪੋਇੰਟਡ, ਵੈਰੀ ਸੈਡ, ਵੀ ਬਹੁਤ ਨਿਰਾਸ਼ ਹੋਇਆ ਜਿਹੜਾ ਉਹਨੂੰ ਕਹਿੰਦੇ ਡਿਸਅਪੋਇੰਟਡ। ਐਕਸਪਲੇਨਡ, ਗਿਵ ਡੀਟੇਲਸ, ਜਦੋਂ ਕਿਸੇ ਚੀਜ਼ ਦੀਆਂ ਡੀਟੇਲਸ ਦੇਣੀਆਂ ਨੇ, ਵਿਆਖਿਆ ਦੇਣੀ, ਉਹਨੂੰ ਕਹਿੰਦੇ ਨੇ ਐਕਸਪਲੇਨਡ। ਬੈਕਯਾਰਡ, ਏਰੀਆ ਨੀਅਰ ਬਾਈ ਹਾਊਸ, ਵੀ ਘਰ ਦੇ ਨੇੜੇ ਜਿਹੜਾ ਥਾਂ ਆ। ਸੋ ਅਨਕੰਫਰਟੇਬਲ, ਨਾਟ ਫੀਲਿੰਗ ਈਜ਼ੀ। ਕੰਸਿਸਟ, ਮੇਡ ਅਪ ਆਫ, ਕੰਸਿਸਟ ਵਰਡ ਉੱਤੇ ਆਇਆ ਤਾਂ ਨਹੀਂ ਪਰ ਇਹਨਾਂ ਨੇ ਇੱਥੇ ਪਾ ਦਿੱਤਾ ਆ, ਠੀਕ ਆ। ਕੋਈ ਚੀਜ਼ ਕਿੰਨਾ ਚੀਜ਼ਾਂ ਨਾਲ ਰਲ ਕੇ ਮਿਲਦੀ ਹੈ ਬਣਦੀ ਹੈ, ਉਹਨੂੰ ਕਹਿੰਦੇ ਨੇ ਕੰਸਿਸਟ। ਐਕਸਰਸਾਈਜ਼, ਆਨਸਰ ਦ ਫੋਲੋਇੰਗ। ਹਾਊ ਓਲਡ ਵਾਜ਼ ਸੋਨੀਆ, ਸੋਨੀਆ ਕਿੰਨੇ ਸਾਲਾਂ ਦੀ ਸੀ। ਹਾਊ ਓਲਡ ਵਾਜ਼ ਸੋਨੀਆ, ਕਿੰਨੇ ਸਾਲਾਂ ਦੀ ਸੀ, ਉਹ ਤੁਹਾਨੂੰ ਲੈਸਨ 'ਚ ਆ ਚੁੱਕਾ ਹੈ। ਵਾਈ ਵਾਜ਼ ਸੋਨੀਆ ਸੈਡ, ਸੋਨੀਆ ਉਦਾਸ ਕਿਉਂ ਸੀ। ਵਾਈ ਵਾਜ਼ ਸੋਨੀਆ ਸੈਡ, ਕਿਉਂ ਸੈਡ ਸੀ ਉਹ, ਅਤੇ ਸੈਡ ਹੋਣ ਦਾ ਉਹਦਾ ਰੀਜ਼ਨ ਸੀ ਬਿਕਾਜ਼ ਸ਼ੀ ਸਾ। ਹੁਣ ਵੇਖੋ ਮੈਂ ਇੱਥੇ ਜੋ ਪੜ੍ਹਿਆ ਤੁਹਾਡੀ ਕਿਤਾਬ 'ਚ ਉਹਨੂੰ ਮੈਂ ਇੱਥੇ ਆਨਸਰ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਨੂੰ ਆਉਂਦੀ ਹੈ ਕਿ ਨਹੀਂ। ਸੋ ਮੈਂ ਉਸ ਚੀਜ਼ ਨੂੰ ਯਾਦ ਕਰਦਾ। ਸੋਨੀਆ who was a 6-year-old girl was playing in the backyard of her house and there was a beautiful butterfly that she saw over there and she tried to catch it but she couldn't catch it because the butterfly flew away. That's why Sonia was disappointed. Then she came to her mom and her mom is asking, hey Sonia, what happened, why are you sad, what happened to you? And she replies, mom, there I saw a beautiful butterfly, it flew away and that's why I'm sad. So ਇੱਦਾਂ ਹੁਣ ਉਹ ਚੀਜ਼ ਮੇਰੇ ਦਿਮਾਗ 'ਚ ਬਹਿ ਗਈ ਆ ਕਿਉਂਕਿ ਮੈਂ ਉਹਨੂੰ ਪੜ੍ਹਿਆ, ਅਤੇ ਉਹਦੇ ਪਿੱਛੇ ਇਹ ਵੀ ਰੀਜ਼ਨ ਹੈ ਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਚੁੱਕਿਆ ਵਾਂ, ਇਹ ਵੀ ਰੀਜ਼ਨ ਹੈ। ਸੋ ਤੁਹਾਡਾ ਵੀ ਅਭਿਆਸ ਹੋ ਜਾਏਗਾ। ਮੈਂ ਵੀ ਸਕੂਲੋਂ ਬਹੁਤ ਕੁੱਟ ਖਾਧੀ, ਮੈਨੂੰ ਨਹੀਂ ਅੰਗਰੇਜ਼ੀ ਅੰਗਰੇਜ਼ੀ ਆਉਂਦੀ ਹੁੰਦੀ, ਇਹ ਤਾਂ ਬਸ ਇੱਦਾਂ ਹੀ ਆ, ਮਿਹਨਤਾਂ ਹੀ ਆ, ਕਰੀ ਜਾਓ, ਕੋਈ ਵੀ ਕਰ ਸਕਦਾ। ਵਾਈ ਡਿਡ ਦ ਬਟਰਫਲਾਈ ਫਲਾਈ ਅਵੇ, ਬਈ ਹੁਣ ਇੱਥੇ ਆ ਗਿਆ ਫਲਾਈ, ਉੱਥੇ ਸੀ ਫਲਿਊ ਅਵੇ, ਠੀਕ ਆ। ਬਟਰਫਲਾਈ ਫਲਿਊ ਅਵੇ, ਇੱਥੇ ਆ ਫਲਾਈ ਅਵੇ। ਕਿਉਂ ਫਲਾਈ ਅਵੇ ਆਇਆ, ਇਹ ਕੁਐਸਚਨ ਹੈ ਵੀ ਉਹ ਜਿਹੜੀ ਤਿਤਲੀ ਆ ਉਹ ਕਿਉਂ ਉੱਡ ਗਈ। ਵਾਈ ਡਿਡ ਦ ਬਟਰਫਲਾਈ ਫਲਾਈ ਅਵੇ, ਹੁਣ ਤੁਸੀਂ ਦੱਸੋ ਕਿਉਂ ਫਲਾਈ ਆਇਆ, ਕਿਉਂਕਿ ਇੱਥੇ ਡਿਡ ਲੱਗ ਗਿਆ। ਜਦੋਂ ਵੀ ਕੁਐਸਚਨ ਆਏਗਾ ਉਹਦੇ ਵਿੱਚ ਡਿਡ ਲੱਗ ਜਾਏਗਾ। ਡਿਡ ਦਾ ਮਤਲਬ ਹੈ ਪਾਸਟ ਦੇ ਵਿੱਚ ਗੱਲ ਚੱਲ ਰਹੀ ਹੈ, ਮਤਲਬ ਕਿ ਹੋ ਗਈ, ਵੀ ਤਿਤਲੀ ਕਿਉਂ ਉੱਡ ਗਈ, ਠੀਕ ਆ। ਅਤੇ ਡਿਡ ਲੱਗ ਗਿਆ, ਸੋ ਇੱਥੇ ਫਸਟ ਫਾਰਮ ਆ ਜਾਣੀ। ਕਿਉਂ ਉੱਡ ਗਈ ਤਿਤਲੀ, ਪਿਆਸੇ ਕਵਾਂਗ ਉੱਡ ਗਈ ਕਿਤੇ, ਉਹ ਕਿਉਂ ਉੱਡ ਗਈ ਤੁਹਾਨੂੰ ਦੱਸ ਦਿੱਤਾ ਆ, ਕਿਉਂਕਿ ਸੋਨੀਆ ਨੇ ਉਹਨੂੰ ਅਨਕੰਫਰਟੇਬਲ ਫੀਲ ਕਰਾਇਆ ਸੀ। ਸੋ ਕਿਸੇ ਨੂੰ ਅਨਕੰਫਰਟੇਬਲ ਫੀਲ ਕਰਾਉਣ ਦਾ ਕੀ ਆਨਸਰ ਦਿਆਂਗੇ, ਬਿਕਾਜ਼ ਸੋਨੀਆ ਮੇਡ ਦ ਬਟਰਫਲਾਈ ਅਨਕੰਫਰਟੇਬਲ, ਦੈਟਸ ਵਾਈ ਇਟ ਫਲਿਊ ਅਵੇ, ਦੈਟਸ ਵਾਈ, ਇਸੇ ਕਰਕੇ ਇਟ ਫਲਿਊ ਅਵੇ ਵੀ ਉੱਡ ਗਈ। ਵਾਟ ਇਜ਼ ਅ ਬੈਡ ਟੱਚ, ਬੈਡ ਟੱਚ ਕੀ ਹੁੰਦਾ ਆ, ਜਿਹੜਾ ਸਾਨੂੰ ਅਨਕੰਫਰਟੇਬਲ ਫੀਲ ਕਰਾ ਦੇਵੇ ਉਹਨੂੰ ਬੈਡ ਟੱਚ ਕਹਿੰਦੇ ਨੇ, ਠੀਕ ਹੈ। ਇਹਨੂੰ ਇੰਗਲਿਸ਼ ਦੇ ਵਿੱਚ ਇੱਥੇ ਲਿਖਣਾ ਹੋਵੇ ਤਾਂ ਤੁਹਾਡੇ ਸਾਹਮਣੇ ਉੱਤੇ ਸਾਰਾ ਚੈਪਟਰ ਪਿਆ ਹੋਇਆ ਹੈ। ਜੇ ਮੈਂ ਇਕੱਲੇ ਇਸ ਸਵਾਲ ਦਾ ਜਵਾਬ ਦਿੱਤਾ ਤਾਂ ਵੀਡੀਓ 2.5 ਘੰਟੇ ਦੀ ਬਣ ਜੂ। ਵਾਟ ਇਜ਼ ਅ ਬੈਡ ਟੱਚ, ਮਾੜਾ ਟੱਚ, ਮਾੜਾ ਸਪਰਸ਼ ਕੀ ਹੁੰਦਾ ਹੈ। ਦ ਟੱਚ ਵਿਚ ਮੇਕਸ ਅਸ ਫੀਲ ਅਨਕੰਫਰਟੇਬਲ, ਦੈਟ ਇਜ਼ ਕਾਲਡ ਬੈਡ ਟੱਚ। ਵਿਚ ਇਜ਼ ਸੇਫ ਸਰਕਲ, ਸੋ ਸੇਫ ਸਰਕਲ ਕਿਹੜਾ ਹੁੰਦਾ ਹੈ ਜੀ, ਸੇਫ ਸਰਕਲ, ਠੀਕ ਹੈ। ਇੱਥੇ ਆਨਸਰ ਕਰੋ ਤੁਸੀਂ, ਸੇਫ ਸਰਕਲ ਬਹੁਤ ਈਜ਼ੀ ਆਨਸਰ। ਸੋ ਮੇਕ ਸੈਂਟੈਂਸਿਸ ਵਿਦ ਦ ਫੋਲੋਇੰਗ ਵਰਡਸ, ਫੋਲੋਇੰਗ ਵਰਡਸ ਨੇ, ਇਹਨਾਂ ਦੇ ਨਾਲ ਤੁਸੀਂ ਵਾਕ ਬਣਾਉਣੇ, ਉਹੀ ਬਣਾ ਸਕਦਾ ਜਿਨ੍ਹਾਂ ਨੂੰ ਇਹਨਾਂ ਵਰਡਸ ਦੇ ਮੀਨਿੰਗ ਪਤਾ ਨੇ। ਬਟਰਫਲਾਈ ਤਿਤਲੀ, ਡਾਟਰ ਕੁੜੀ, ਮਤਲਬ ਕਿ ਬੇਟੀ, ਡਾਟਰ ਕੁੜੀ, ਅਸੀਂ ਬੇਟੀ ਨੂੰ ਕੁੜੀ ਦਾ ਮਤਲਬ ਗਰਲ ਵੀ ਹੁੰਦਾ ਆ, ਪਰ ਡਾਟਰ ਦਾ ਮਤਲਬ ਹੁੰਦਾ ਆ ਧੀ, ਠੀਕ ਆ। ਪੰਜਾਬੀ ਦਾ ਜਿਹੜਾ ਠੇਠ ਵਰਡ ਹੈ ਧੀ। ਬਾਡੀ, ਸਰੀਰ, ਟੀਚਰ ਤੁਹਾਨੂੰ ਪਤਾ ਆ। ਹੈਪੀ ਤੁਹਾਨੂੰ ਪਤਾ ਆ, ਹੈਪੀ ਮਤਲਬ ਖੁਸ਼। ਇਸ ਤੋਂ ਅੱਗੇ ਜੀ, ਇਸ ਤੋਂ ਅੱਗੇ ਚਲੀਏ ਤਾਂ ਅੱਗੇ ਕਿਹੜਾ ਆ, ਵੈਲ ਇਸ ਤੋਂ ਅੱਗੇ ਆ ਗਿਆ ਕਰੈਕਟ ਚੂਜ਼ ਦ ਕਰੈਕਟ ਆਪਸ਼ਨ ਐਂਡ ਰਾਈਟ ਦ ਆਨਸਰ ਇਨ ਦ ਸਪੇਸ ਗਿਵਨ ਬਿਲੋ। ਉਹ ਕਹਿੰਦੇ ਆ ਵੀ ਚੁਣੋ, ਠੀਕ ਆਪਸ਼ਨਸ ਚੁਣਨੀਆਂ ਨੇ ਅਤੇ ਆਨਸਰ ਲਿਖਣਾ ਹੈ। ਹਾਂ, ਸੋਨੀਆ ਟਰਾਈਡ ਟੂ ਕੈਚ, ਠੀਕ ਆ। ਸੋਨੀਆ ਨੇ ਫੜਨ ਦੀ ਕੋਸ਼ਿਸ਼ ਕੀਤੀ, ਕੀ ਫੜਨ ਦੀ ਕੋਸ਼ਿਸ਼ ਕੀਤੀ, ਅ ਬਟਰਫਲਾਈ, ਸਿੰਪਲ ਈਜ਼ੀ।
ठीक है। इफ समवन टचेस अस एंड वी फील बैड दैट इज़ अ नॉर्मल टच, दैट इज़ अ गुड टच, दैट इज़ अ बैड टच। की आएगा इत्थे? ਜੇ ਸਾਨੂੰ ਕੋਈ ਟੱਚ ਕਰਦਾ ਹੈ ਤੇ ਸਾਨੂੰ ਬੁਰਾ ਮਹਿਸੂਸ ਹੁੰਦਾ ਹੈ, ਅਸੀਂ ਬੁਰਾ ਫੀਲ ਕਰਦੇ ਹਾਂ, ਦੈਟ ਇਜ਼ ਅ ਬੈਡ ਟੱਚ। ਉਹ ਇੱਕ ਬੁਰਾ ਸਪਰਸ਼ ਹੈ। ਇਹਨੂੰ ਥੱਲੇ ਚੇਪ ਦਿਓ, ਬਸ ਸਮਝਣਾ ਜ਼ਰੂਰੀ ਹੈ ਜੀ। ਵੇਖੋ ਪੇਪਰਾਂ 'ਚ ਪਾਸ ਪੂਸ ਹੋ ਜਾਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ। 99% ਜਾਂ 90% ਨੰਬਰ ਲੈ ਲੈਣੇ ਇਹਨਾਂ ਚੀਜ਼ਾਂ ਨੂੰ ਅੱਜ ਕੱਲ੍ਹ ਦੀਆਂ ਕੰਪਨੀਜ਼ ਮਾਇਨੇ ਨਹੀਂ ਰੱਖਦੀਆਂ। ਅੱਜ ਕੱਲ੍ਹ ਤੁਹਾਡੇ ਕੋਲ ਪ੍ਰੈਕਟੀਕਲ ਨੌਲੇਜ ਹੋਣੀ ਜ਼ਰੂਰੀ ਆ। ਸੋ ਉਹ ਤਾਂ ਹੋਏਗੀ ਜੇ ਤੁਸੀਂ ਇਹਨਾਂ ਨੂੰ ਸਮਝੋਗੇ ਗੱਲਾਂ ਨੂੰ। ਵੈਨ ਮਦਰ ਹਗਸ ਸੋਨੀਆ, ਵੀ ਜਦੋਂ ਮਾਂ ਜੱਫੀ ਪਾਉਂਦੀ ਆ ਸੋਨੀਆ ਨੂੰ, ਸ਼ੀ ਫੀਲਸ ਕੰਫਰਟੇਬਲ ਐਂਡ ਗੁੱਡ। ਇਹੀ ਹੋਣਾ, ਠੀਕ ਆ। ਓਕੇ, ਇਫ ਸਮਬਡੀ ਮੇਕਸ ਮੀ ਅਨਕੰਫਰਟੇਬਲ ਆਈ ਵੁਡ ਗੋ ਵਿਦ ਹਿਮ, ਆਈ ਵੁਡ ਰਨ ਟੂ ਮਾਈ ਸੇਫ ਸਰਕਲ, ਆਈ ਵੁਡ ਟਾਕ ਟੂ ਹਿਮ। ਆਹ ਵਾਲੀ ਆ ਜਾਣੀ ਇੱਥੇ, ਪੜ੍ਹੋ ਅਤੇ ਸਮਝੋ। ਓਕੇ, 117 ਨੰਬਰ ਪੇਜ ਹੋ ਗਿਆ। ਇਸ ਤੋਂ ਬਾਅਦ 118 ਨੰਬਰ ਪੇਜ 'ਤੇ ਜਾ ਕੇ ਵੋਕੈਬੂਲਰੀ ਆ ਜਾਂਦੀ ਹੈ। ਵੋਕੈਬੂਲਰੀ ਮਤਲਬ ਕਿ ਸ਼ਬਦਾਵਲੀ। ਰੀਡ ਦ ਫੋਲੋਇੰਗ ਵਰਡਸ, ਅੰਡਰਲਾਈਨ ਦ ਵਰਡਸ ਵਿਚ ਕਮ ਅੰਡਰ ਦ ਟਾਈਟਲ ਪਬਲਿਕ ਪਲੇਸਿਸ। ਸੋ ਇਹਦੇ ਵਿੱਚ ਤੁਸੀਂ ਬਾਈ ਆਪ ਪ੍ਰੈਕਟਿਸ ਕਰੋ, ਇੰਨਾ ਕੁ ਜਨਰਲ ਨੌਲੇਜ ਨੂੰ ਵਧਾਓ, ਆਪਣੇ ਘਰਦਿਆਂ ਨਾਲ ਗੱਲਾਂ ਕਰੋ, ਪੜ੍ਹਾਈ ਵਾਲਾ ਮਾਹੌਲ ਬਣਾਓ, ਤਾਈ ਚਾਚੀ ਨੂੰ ਕਹੋ ਕਿ ਚਾਚੀ ਤਾਈ ਚੁਗਲੀਆਂ ਨਾ ਕਰੋ, ਪੜ੍ਹਾਈ ਕਰਿਓ। ਸੋ ਇਸ ਕਰਕੇ ਵੇ ਘਰਾਂ 'ਚ ਨਾ ਜਿਹੜੀਆਂ ਮਾਈਆਂ ਬੀਬੀਆਂ ਗੱਲਾਂ ਜ਼ਿਆਦਾ ਕਰਦੀਆਂ, ਚੁਗਲੀਆਂ ਕਰਦੀਆਂ, ਪਲੀਜ਼ ਮਾਤਾ ਜੀ ਘੱਟ ਕਰੋ, ਨਿਆਣਿਆਂ ਨੂੰ ਪੜ੍ਹਨ ਦਿਓ। ਰਾਈਟ ਦੈਮ ਇਨ ਦ ਸਪੇਸ ਗਿਵਨ, ਗੁੱਸਾ ਨਾ ਕਰਿਓ। ਸੋ ਜਿਹੜੇ ਹੇਠਾਂ ਦਿੱਤੇ ਵਰਡਸ ਨੇ ਇਹਨਾਂ ਨੂੰ ਪੜ੍ਹਨਾ। ਹਾਂ, ਜਿਹੜਾ ਮਨੀ, ਸਟੂਡੈਂਟ, ਪਾਰਕ, ਆਫਿਸ, ਸਕੂਲ, ਡਰਾਈਵਰ, ਬੈਂਕ, ਪਲੇਅਰ, ਡਰਾਈਵਰ, ਬੱਸ ਸਟੈਂਡ, ਕੰਪਿਊਟਰ, ਜ਼ੂ, ਏਅਰਪੋਰਟ, ਕਾਲਜ, ਜੋ ਹੈਗਾ ਸਭ ਕੁਝ ਪੜ੍ਹੋ। ਪੜ੍ਹ ਕੇ ਦੇਖੋ ਇਹਦਾ ਕੀ ਮਤਲਬ ਹੈ। ਕੀ ਮਤਲਬ ਹੈ ਜਿਹੜਾ ਫਿਰ ਤੁਸੀਂ ਇੱਥੇ ਥੱਲੇ ਕਿਹੜੇ ਵਰਡਸ ਲਿਖਣੇ ਨੇ, ਜਿਹੜੇ ਪਬਲਿਕ ਪਲੇਸਿਸ ਦੇ ਨਾਲ ਸੰਬੰਧਿਤ ਨੇ। ਪਬਲਿਕ ਪਲੇਸ ਹੁੰਦੀ ਹੈ ਜਿੱਥੇ ਆਮ ਲੋਕ ਜਾਂਦੇ ਨੇ, ਜਿੱਦਾਂ ਕਿ ਮਾਰਕੀਟ, ਠੀਕ ਆ। ਸੋ ਮਾਰਕੀਟ ਇੱਕ ਪਬਲਿਕ ਪਲੇਸ ਹੈ, ਓਕੇ ਜੀ। ਜਾਂ ਜ਼ੂ ਇੱਕ ਪਬਲਿਕ ਪਲੇਸ ਹੈ, ਸੋ ਇਹਨੂੰ ਜ਼ੂ ਕਹਿੰਦੇ ਨੇ, ਚਿੜੀਆ ਘਰ ਨੂੰ। ਸੋ ਸਾਰੀਆਂ ਥਾਵਾਂ ਦੇਖੋ ਜਿਹੜੀਆਂ ਪਬਲਿਕ ਪਲੇਸ ਨੇ। ਇਸ ਤੋਂ ਥੱਲੇ ਆ ਜਾਂਦਾ ਆ ਕਰੈਕਟ ਦ ਸਪੈਲਿੰਗਸ। ਸੋ ਸਪੈਲਿੰਗ ਕਰੈਕਟ ਕਰੋ ਜੀ, ਇਹ ਤੁਹਾਡੀ ਪ੍ਰੈਕਟਿਸ ਵਾਸਤੇ ਆ। ਆਮ ਨਾਟ ਗੋਨਾ ਟੈਲ ਯੂ। ਹਾਂਜੀ, ਅੱਗੇ ਆ ਗਏ ਜੀ ਕੰਟਰੈਕਸ਼ਨਸ। ਇਹਦੇ ਵਿੱਚ ਕੀ ਆਉਂਦਾ ਹੈ, ਰੀਡ ਦ ਫੋਲੋਇੰਗ। ਓਕੇ, ਠੀਕ ਹੈ, ਇਹ ਬਹੁਤ ਵਧੀਆ ਚੀਜ਼ ਹੈ। ਇਹਨੂੰ ਇੱਕ ਵਾਰੀ ਦੇਖ ਲਓ, ਮੁੜ ਕੇ ਸਾਰੀ ਉਮਰ ਆਪਣੇ ਆਪ ਯਾਦ ਰਹਿਣਾ ਆ। ਇਹ ਤੁਸੀਂ ਇਸ ਤਰ੍ਹਾਂ ਲਿਖਿਆ ਜਾਂਦਾ ਸ਼ਾਰਟ ਵਿੱਚ, ਅਤੇ ਇਹਨੂੰ ਪੜ੍ਹਨਾ ਹੈ ਆਇਲ। ਕੀ ਪੜ੍ਹਨਾ? ਆਇਲ। ਸੋ ਇਹ ਹੈਗਾ ਆ ਫੁੱਲ ਫਾਰਮ ਹੈ ਆਈ ਵਿਲ, ਆਈ ਐਮ, ਯੂ ਆਰ, ਯੂ ਆਰ, ਵੀ ਵਿਲ, ਕੁਡਨਟ, ਇਹਨੂੰ ਕੁਡਨਟ ਪੜ੍ਹਨਾ ਹੈ, ਕੁਡ ਨੋਟ, ਕੁਡਨਟ। ਹੁਣ ਮੈਂ ਜ਼ਿਆਦਾਤਰ ਇਹ ਵਾਲਾ ਯੂਜ਼ ਕਰਦਾ ਕਿਉਂਕਿ ਬੋਲਣ 'ਚ ਆਸਾਨ ਹੋ ਜਾਂਦੇ ਨੇ ਬੰਦੇ ਨੂੰ ਫਿਰ, ਔਰ ਬੰਦਾ ਜ਼ਿਆਦਾ ਟਾਈਮ ਨਹੀਂ ਲੱਗਦਾ। ਇਜ਼ ਨਾਟ, ਇਜ਼ੰਟ ਬੋਲਣਾ ਇਹਨੂੰ। ਆਈ ਹੈਵ, ਡਜ਼ ਨਾਟ, ਡਜ਼ੰਟ, ਲੈਟ ਅਸ, ਲੈਟ ਅਸ ਵਰਡ ਜ਼ਿਆਦਾ ਯੂਜ਼ ਹੁੰਦਾ ਆ। ਲੈਟਸ ਗੋ, ਆਓ ਚਲੀਏ। ਲੈਟ ਅਸ ਰੀਡ, ਲੈਟ ਅਸ ਲਰਨ, ਆਓ ਸਿੱਖੀਏ, ਆਓ ਕਰੀਏ। ਸੋ ਉਹਨੂੰ ਲੈਟਸ ਬੋਲਦੇ ਹਾਂ। ਹੈਵ ਨਾਟ, ਹੈਵਨਟ, ਸ਼ੁਡ ਨਾਟ, ਸ਼ੁਡਨਟ, ਸ਼ੀ ਵਿਲ, ਸ਼ੀਲ। ਸੋ ਇੱਦਾਂ ਇਹ ਪੜ੍ਹੇ ਜਾਣੇ ਆ। ਇਸ ਤੋਂ ਅੱਗੇ ਕੀ ਆਉਂਦਾ ਜੀ, इससे आगे भैया लैंग्वेज कॉर्नर है। ये कहाँ है? यह बेटुआ राइट द प्लूरल फॉर्म ऑफ द नाउन इन द स्पेस एंड कंप्लीट द सेंटेंस। बई ये प्लूरल फॉर्म लिखनी है तो ये तो थारे दिमाग की एक्सरसाइज होगा। सो इनू एक्सरसाइज करो अपने दिमाग की कि यदी प्लूरल फॉर्म लिखनी है। आई ब्रश माई, इनू प्लूरल करके लिख। प्लूरल की हुंदा आ, पहला तो प्लूरल फॉर्म समझो की हुंदी है। प्लूरल हुंदा आ बहुवचन, ठीक है, जिदा एप्पल, एप्पल्स। सो कई प्लूरल इदां दे हुंदे ने जिहड़े कि हुण आ जिहड़ा टूथ है, टूथ का मतलब है दांत, पर इत्थे टूथस नहीं ना आएगा, टीथ आएगा, टीथ। सो इत्थे प्लूरल बन गया टीथ। हुण इत्थे आ माउस, तो माउस का की बनेगा इत्थे? माउस का माउसिस नहीं आना। हुण गूगल ते चैक करो, इन्ना क स्टडी आप करो, क्योंकि सारे आंसर मैं ही देंगे तो तुसीं की करोगे भाई, ठीक है। ट्राई इट मैन। फाइंड आउट द एडजेक्टिव्स फ्रॉम द स्टोरी। ओ आ असली एक्सरसाइज ਤਾਂ ਇਹਨੂੰ ਕਹਿੰਦੇ ਐਕਸਰਸਾइज ਜਿਹੜੀ ਆ ਪਾਈ ਆ ਇਹਨਾਂ ਨੇ। ਜਿਹੜਾ ਇਹਨੂੰ ਕੰਪਲੀਟ ਕਰੂਗਾ ਨਾ, ਜਿਗਰੇ ਵਾਲਾ ਬੰਦਾ ਹੋ ਜਿਹੜਾ ਇਹਨੂੰ ਟੱਕਰੂਗਾ। ਆਓ ਹਾਂ ਵੇਖਦੇ ਹਾਂ ਫਿਰ ਕਿਹ 'ਚ ਜਿਗਰਾ ਹੈ। ਫਾਈਂਡ ਆਊਟ ਦ ਐਡਜੈਕਟਿਵਸ ਹੈਗਾ ਆ ਕੰਮ ਸੌਖਾ ਆ, ਬਹੁਤਾ ਔਖਾ ਨਹੀਂ, ਪਰ ਮਿਹਨਤ ਥੋੜ੍ਹੀ ਜ਼ਿਆਦਾ ਲੱਗਣੀ ਇਹਦੇ 'ਚ। ਸੋ ਇੱਦਾਂ ਆ ਕਿ ਇਹਦੇ ਵਿੱਚ ਤੁਸੀਂ ਐਡਜੈਕਟਿਵ ਲਿਖਣੇ ਜਿਹੜੇ ਸਟੋਰੀ ਵਿੱਚ ਆਏ ਆ ਪਿੱਛੇ, ਠੀਕ ਹੈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਲਰਫੁਲ, ਸੋ ਮੋਰ ਕਲਰਫੁਲ, ਮੋਸਟ ਕਲਰਫੁਲ, ਇੱਦਾਂ ਤੁਸੀਂ ਇੱਥੇ ਲਿਖਣਾ ਆ। ਸੁਪਰਲੇਟਿਵ ਲਿਖਣੀ ਆ ਵੀ ਉਹਦਾ, ਜਿੱਦਾਂ ਮੰਨ ਲਓ ਐਡਜੈਕਟਿਵ ਹੁੰਦਾ ਆ ਗੁੱਡ, ਅਤੇ ਗੁੱਡ ਦਾ ਸੈਕਿੰਡ ਆ ਜਾਏਗਾ ਬੈਟਰ, ਅਤੇ ਥਰਡ ਆ ਜਾਏਗਾ
बेस्ट सुपरलेटिव। सो इदां ਜਿਹੜੇ एग्जैक्टिव आए ने भैया उनको लिखना है यहाँ पे सब्सटीट्यूशन टेबल मेक सेंटेंसेस यूजिंग करैक्ट फॉर्म ऑफ वर्ब एंड राइट इन योर नोटबुक। इत्थे योर आना सी यू नहीं आना, योर नोटबुक। कई बार मिसप्रिंट हो जाता, कोई गल नहीं। सो ये हैगा आ पेज नंबर 121 ਤੇ ਇਹਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਚੀਜ਼ ਦਿੱਤੀ ਸਾਨੂੰ ਇਹ ਪਤਾ ਲੱਗੂਗਾ ਕਿ ਐਸ ਕਿੱਥੇ ਲੱਗਦੀ ਕਿੱਥੇ ਨਹੀਂ ਲੱਗਦੀ। ਜਿੱਦਾਂ ਨੋਟਬੁੱਕ 'ਤੇ ਲਿਖਣਾ ਹੈ ਜੀ ਵੀ ਜਿਹੜੀ ਤੁਹਾਡੀ ਕਾਪੀ ਹੁੰਦੀ ਹੈ ਜਿਹਨੂੰ ਤੁਸੀਂ ਕਾਪੀ ਬਣਾਉਂਦੇ ਹੋ। ਆਈ ਪਲੇ ਫੁੱਟਬਾਲ, ਠੀਕ ਆ। ਹੁਣ ਦੇ ਪਲੇ ਫੁੱਟਬਾਲ, ਸ਼ੀ ਪਲੇਜ਼, ਵੀ ਪਲੇ ਫੁੱਟਬਾਲ, ਯੂ ਪਲੇ ਫੁੱਟਬਾਲ, ਠੀਕ ਆ। ਆਈ ਰੀਡ ਨਿਊਜ਼ਪੇਪਰ ਡੇਲੀ। ਬਸ ਇਹ ਯਾਦ ਰੱਖਿਓ ਕਿ ਜਦੋਂ ਸ਼ੀ ਲਿਖਣਾ ਆ ਉਹਦੇ ਨਾਲ ਫਿਰ ਰੀਡਸ, ਗੋਜ਼, GOES ਬਣ ਜਾਣਾ। ਇਹਦੇ ਮਗਰ ਸਿਰਫ ਐਸ ਲੱਗਣਾ ਕਿਉਂਕਿ ਸ਼ੀ ਉਹ ਕੁੜੀ ਦੀ ਗੱਲ ਹੈ, ਕਿਸੇ ਹੋਰ ਦੀ ਗੱਲ ਹੈ। ਉਹ ਨਿਊਜ਼ਪੇਪਰ ਪੜ੍ਹਦੀ ਹੈ, ਰੋਜ਼ ਪੜ੍ਹਦੀ। ਸੋ ਇੱਥੇ ਕਿਉਂਕਿ ਇਹ ਪ੍ਰੈਜ਼ੈਂਟ ਇਨਡੈਫੀਨਿਟ ਹੈ ਜਿਹਨੂੰ ਸਿੰਪਲ ਪ੍ਰੈਜ਼ੈਂਟ ਕਹਿ ਦਿੰਦੇ ਆ, ਸੋ ਇੱਥੇ ਐਸ ਲੱਗਣਾ ਇਹਦੇ ਮਗਰ। ਸੋ ਇਹ ਤੁਹਾਨੂੰ ਪ੍ਰੈਕਟਿਸ ਨਾਲ ਇਹਦੇ ਵਿੱਚ ਯਾਦ ਹੋ ਜਾਣਾ, ਤੁਸੀਂ ਇਕੱਲਾ ਲਿਖੋਗੇ, ਠੀਕ ਹੈ। ਵੀ go for a morning walk, she goes for a morning walk, ਇੱਦਾਂ ਆ। ਕੰਜੰਕਸ਼ਨਸ ਮੈਂ ਤੁਹਾਨੂੰ ਦੱਸ ਦੇਣਾ ਕੀ ਹੁੰਦੀਆਂ, ਅੱਗੇ ਜਾ ਕੇ ਤੁਸੀਂ ਆਪ ਸੋਲਵ ਕਰਨਾ ਉਹਨਾਂ ਨੂੰ। ਦਾ ਕੰਜੰਕਸ਼ਨਸ ਹੁੰਦੇ ਨੇ ਜਿੱਦਾਂ ਆ ਲਾਈਨ ਅੰਡਰਲਾਈਨ ਕੀਤੇ ਹੋਏ ਵਰਡਸ ਨੇ ਨਾ, ਜਿਹੜੇ ਉਹ ਵਰਡਸ ਜਿਹੜੇ ਲਾਈਨ ਨੂੰ ਮਤਲਬ ਕੁਝ ਸ਼ਬਦਾਂ ਨੂੰ ਦੂਸਰਿਆਂ ਦੇ ਨਾਲ ਜੋੜਦੇ ਨੇ। ਜਿੱਦਾਂ ਰਾਜ ਐਂਡ ਮਨਜੀਤ, ਇਹ 3 ਵਰਡ ਲਿਖੇ ਨੇ ਇੱਥੇ, ਰਾਜ ਐਂਡ ਮਨਜੀਤ ਆਰ ਫਰੈਂਡਸ, ਠੀਕ ਹੈ। ਕੰਜੰਕਸ਼ਨਸ ਦਾ ਮਤਲਬ ਹੈ ਕਿ ਦੋਵਾਂ ਇਹਨਾਂ ਨੂੰ ਜੋੜ ਰਿਹਾ, ਇਹਨਾਂ ਨੂੰ ਆਪਸ ਜੋੜਨ ਵਾਲਾ। ਵੇਟ ਟਿਲ ਹੀ ਕਮਸ, ਟਿਲ ਮਤਲਬ ਜਦੋਂ ਤੱਕ, ਵੇਟ ਮਤਲਬ ਇੰਤਜ਼ਾਰ ਕਰੋ ਜਦੋਂ ਤੱਕ ਉਹ ਆਉਂਦਾ। ਆਈ ਐਮ ਟਾਲ, ਮੈਂ ਲੰਮਾ ਹਾਂ, ਬਟ ਹੀ ਇਜ਼ ਸ਼ਾਰਟ, ਪਰ ਉਹ ਛੋਟਾ ਹੈ। ਹੁਣ ਇੱਥੇ ਪਰ ਜਿਹੜਾ ਆ ਬਟ ਇਹ ਕੰਜੰਕਸ਼ਨ ਹੈ। ਇਸ ਲਾਈਨ ਦੇ ਨਾਲ ਇਹ ਵਰਡ ਜੋੜਦਾ ਪਿਆ ਹੈ ਪਰ। ਸੋ ਇਹ ਕੀ ਹੈ? ਕੰਜੰਕਸ਼ਨਸ। ਸੋ ਇਹ ਤੁਸੀਂ ਇਹਦੇ ਵਿੱਚੋਂ ਹੁਣ ਕੰਜੰਕਸ਼ਨਸ ਜਿਹੜੇ ਲਾਈਨ ਨੂੰ ਜੋੜਦੇ ਨੇ ਆਪਸ ਵਿੱਚ ਉਹ ਲਿਖਣੇ ਨੇ। ਉਸੇ ਤਰ੍ਹਾਂ ਇਹਦੇ ਵਿੱਚ ਅੰਡਰਲਾਈਨ ਕਰੋ। ਅੰਡਰਲਾਈਨ ਦ ਜੁਆਇਨਿੰਗ ਵਰਡਸ ਇਨ ਦ ਫੋਲੋਇੰਗ ਸੈਂਟੈਂਸਸ। ਸੋ ਇਹਦੇ ਵਿੱਚ ਜਿਹੜੇ ਜੁਆਇਨਿੰਗ ਵਰਡਸ ਨੇ ਕਰੋ ਇਹਨਾਂ ਨੂੰ ਅੰਡਰਲਾਈਨ ਜੀ, ਠੀਕ ਆ। ਜਿੱਦਾਂ ਐਜ਼ ਵੈਲ ਐਜ਼, ਆਰ, ਬਟ। ਸੋ ਇਹ ਤੁਸੀਂ ਢੂੰਢ ਰਹੇ ਆ ਜੀ, ਲੱਭਣੇ ਆ ਆਪ। ਸੌਖਾ ਹੈ ਨਾ, ਔਖਾ ਨਹੀਂ ਹੈਗਾ। ਟਰਾਈ ਕਰੋ, ਆਪਣੇ ਆਪ ਨੂੰ ਗਲਤੀ ਕਰਨ ਦਾ ਮੌਕਾ ਦਿਓ। 122 ਨੰਬਰ ਪੇਜ 'ਤੇ ਆ ਜਿਹੜੀ ਐਕਸਰਸਾਈਜ਼ ਹੈ, fill in the blanks with the conjunctions given in the box। ਕੰਜੰਕਸ਼ਨਸ ਸਿਖਾਉਣ ਵਾਸਤੇ ਸਾਨੂੰ ਇਹ ਦਿੱਤੀ ਗਈ ਆ, ਠੀਕ ਆ। ਆਈ ਹੈਵ 2 cows, ਇਹਦੇ ਵਿੱਚ ਆਹ ਵਰਡਸ ਜਿਹੜੇ ਨੇ ਕੰਜੰਕਸ਼ਨਸ ਨੇ ਸਭ ਤੋਂ ਉੱਤੇ ਜਿਹੜੇ ਲਿਖੇ ਹੋਏ ਨੇ। ਐਜ਼ ਵੈਲ ਐਜ਼, ਬਟ, ਬਿਕਾਜ਼, ਔਰ, ਅਨਲੈਸ, ਫਾਰ, ਐਂਡ, ਸੋ, ਸਟਿਲ, ਅੰਟਿਲ। ਸੋ ਇਹ ਜਿਹੜੇ ਨੇ ਕੰਜੰਕਸ਼ਨਸ ਨੇ, ਇਹਨਾਂ ਨੂੰ ਇੱਥੇ ਭਰਨਾ ਆ। ਸੋ ਆਪਾਂ ਇਹ ਦੇਖਣਾ ਕਿ ਕਿਹੜਾ ਕਿੱਥੇ ਆਏਗਾ। ਉਹੀ ਬੰਦਾ ਸਹੀ ਭਰ ਸਕੇਗਾ ਜਿਹਨੂੰ ਲਾਈਨ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ ਪਹਿਲਾਂ ਤੇ ਫਿਰ ਇਹਨਾਂ ਦਾ ਵੀ ਮਤਲਬ ਪਤਾ ਹੋਣਾ ਚਾਹੀਦਾ ਵੀ ਇਹ ਕਿੱਥੇ ਯੂਜ਼ ਹੁੰਦੇ ਨੇ। ਉਹ ਬਿਲਕੁਲ ਸਹੀ ਆਨਸਰ ਕਰੇਗਾ ਅਤੇ ਰੱਟੇ ਮਾਰਨ ਵਾਲਾ ਬੰਦਾ ਜਿਹੜਾ ਹੋ ਸਕਦਾ ਪੇਪਰਾਂ 'ਚ ਯਾਦ ਰੱਖ ਸਕੇ ਪਰ ਅਗਲੀ ਕਲਾਸ 'ਚ ਜਾ ਕੇ ਫਿਰ ਭੁੱਲ ਜਾਏ ਅਤੇ ਫਿਰ ਉਹੀ ਹਾਲ ਹੋਏਗਾ। ਸੋ ਬੈਸਟ ਤਰੀਕਾ ਹੈ ਚੀਜ਼ ਨੂੰ ਸਮਝੋ ਰੱਟੇ ਮਾਰਨ ਨਾਲੋਂ, ਠੀਕ ਆ। ਆਈ ਹੈਵ 2 cows, ਮੇਰੇ ਕੋਲ 2 ਗਾਵਾਂ ਨੇ। ਡੈਸ਼ ਅ ਗੋਟ ਹੁੰਦੀ ਹੈ ਬੱਕਰੀ। ਐਜ਼ ਵੈਲ ਐਜ਼ ਆਏਗਾ, ਬਟ, ਬਿਕਾਜ਼, ਔਰ, ਅਨਲੈਸ, ਫਾਰ, ਐਂਡ ਆਏਗਾ। ਐਂਡ ਮਤਲਬ ਅਤੇ। ਮੇਰੇ ਕੋਲ 2 ਗਾਵਾਂ ਨੇ ਅਤੇ 1 ਬੱਕਰੀ ਹੈ। ਐਂਡ ਆਈ ਵਾਂਟ ਟੂ ਥੈਂਕ ਹਰ, ਥੈਂਕ ਦਾ ਮਤਲਬ ਹੈ ਧੰਨਵਾਦ ਕਰਨਾ। ਆਈ ਵਾਂਟ ਟੂ ਥੈਂਕ ਹਰ, ਥੈਂਕ, ਆਈ ਵਾਂਟ ਟੂ, ਇਹਨੂੰ ਵੀ ਸ਼ਾਰਟ ਫਾਰਮ ਵਿੱਚ ਅੱਜ ਕੱਲ੍ਹ ਇੰਗਲਿਸ਼ 'ਚ ਵਾਨਾ ਕਹਿਣ ਲੱਗ ਪੈਂਦਾ, ਵਾਨਾ, WANNA। ਆਈ ਵਾਨਾ ਥੈਂਕ ਹਰ, ਮੈਂ ਉਹਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਕਿਸ ਲਈ ਫਾਰ ਹੁੰਦਾ ਆ, ਫॉर द ਬਿਊਟੀਫੁਲ ਗਿਫਟ। Renu is tall, but her sister is short, but he went to the doctor because he was sick। ਉਹ ਡਾਕਟਰ ਕੋਲੇ ਗਿਆ ਕਿਉਂਕਿ ਉਹ ਬਿਮਾਰ ਸੀ। because, ਠੀਕ ਹੈ। wait here, ਇਹਨੂੰ ਹੇਅਰ ਨਹੀਂ ਪੜ੍ਹਨਾ, ਹੀਅਰ ਪੜ੍ਹਨਾ, ਹੀਅਰ। wait here ਅਤੇ ਇੱਥੇ ਕੀ ਆਏਗਾ? ਇੱਥੇ ਆਏਗਾ until I get back। until ਦਾ ਮਤਲਬ ਜਦੋਂ ਤੱਕ। until I get back, ਬਈ ਜਿੰਨਾ ਚਿਰ ਮੈਂ ਵਾਪਸ ਨਹੀਂ ਆਉਂਦਾ। wait here, ਇੱਥੇ ਵੇਟ ਕਰੋ। he is rich as well as honest, the girl has lost her book, ਔਰ ਕੀ ਆਏਗਾ ਇੱਥੇ? so she is crying, so ਆ ਜਾਣਾ ਹੈ। ਬਾਕੀ ਵਾਲੇ ਟਰਾਈ ਕਰੋ ਜੀ। ਸੋ ਥੱਲੇ ਆ ਗਿਆ read the underlined words and put them
in their respective column। respective column ਦੇ ਵਿੱਚ ਭਰਨਾ ਮਤਲਬ ਕਿ ਥੱਲੇ ਜਿਹੜੇ ਦਿੱਤੇ ਹੋਏ ਨੇ columns ਨੇ ਆਹ ਵਾਲੇ ਇਹਨਾਂ ਵਿੱਚ ਭਰਨਾ ਹੈ ਕਿ ਇਹਦੇ ਵਿੱਚੋਂ ਨਾਊਨ ਕਿਹੜਾ ਹੈ, ਪ੍ਰੋਨਾਊਨ ਕਿਹੜਾ ਹੈ, ਵਰਬ ਕਿਹੜੀ ਹੈ, ਐਡਜੈਕਟਿਵ ਕਿਹੜਾ ਹੈ, ਐਡਵਰਬ ਕਿਹੜਾ ਆ। ਥੋੜ੍ਹੀ ਜਿਹੀ ਗ੍ਰਾਮਰ ਔਖੀ ਲੱਗ ਸਕਦੀ ਹੈ ਪਰ ਟਰਾਈ ਕਰਨਾ ਜ਼ਰੂਰੀ ਹੈ। ਇਹਨਾਂ ਨੂੰ ਉੱਚੀ ਉੱਚੀ ਬੋਲ ਕੇ ਪੜ੍ਹਨਾ। ਅਪੋਸਟ੍ਰਫੀ ਆ ਮੈਂ ਪੰਜਾਬੀ ਲਿਖਦਾ ਇੱਥੇ। ਅਪੋਸਟ੍ਰਫੀ ਕੀ ਹੁੰਦਾ ਹੈ? ਜਿੱਦਾਂ ਕੌਮਾ ਲੱਗਿਆ ਹੋਇਆ ਆ। ਬ੍ਰਦਰਸ ਕਾਰ, ਭਰਾ ਦੀ ਗੱਡੀ, ਠੀਕ ਆ। ਡੇਵਿਡਸ ਹਾਊਸ, ਇਟ ਇਜ਼ ਡੇਵਿਡਸ ਹਾਊਸ, ਠੀਕ ਹੈ, ਇਹ ਡੇਵਿਡ ਦਾ ਘਰ ਹੈ, ਠੀਕ ਆ। ਰੀਟਾਜ਼ ਮਦਰ, ਰੀਟਾ ਦੀ ਮੰਮੀ। ਸੋ ਇਹਨੂੰ ਕਹਿੰਦੇ ਨੇ ਅਪੋਸਟ੍ਰਫੀ, ਮਤਲਬ ਕਿ ਇੱਦਾਂ ਜਿਹੜੇ ਕੌਮੇ ਯੂਜ਼ ਕੀਤੇ ਜਾਂਦੇ ਨੇ। ਵੈਲਿਊ ਆਈ ਲਰਨਡ, ਵੀ ਇਹਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਕੰਮ ਦੀ ਆਪਾਂ ਸਿੱਖੀ ਹੈ। ਇਫ ਐਨੀ ਸਟ੍ਰੇਂਜਰ ਇਜ਼ ਮੇਕਿੰਗ ਯੂ ਅਨਕੰਫਰਟੇਬਲ ਵਾਟ ਵਿਲ ਯੂ ਡੂ, ਤੁਸੀਂ ਕੀ ਕਰੋਗੇ ਜੇ ਕੋਈ ਸਟ੍ਰੇਂਜਰ ਕਹਿੰਦੇ ਨੇ ਵੀ ਜਿਹਨੂੰ ਤੁਸੀਂ ਜਾਣਦੇ ਪਛਾਣਦੇ ਨਹੀਂ, ਅਣਪਛਾਤਾ ਬੰਦਾ ਕੋਈ ਸਟ੍ਰੇਂਜਰ ਆ, ਉਹ ਤੁਹਾਨੂੰ ਅਨਕੰਫਰਟੇਬਲ ਫੀਲ ਕਰਾਉਂਦਾ, ਤੰਗ ਕਰਦਾ ਹੈ, ਅਤੇ ਤੁਸੀਂ ਕੀ ਕਰੋਗੇ? ਟਿਕ ਏ ਆਲ ਦ ਕਰੈਕਟ ਆਪਸ਼ਨਸ। ਸੋ ਤੁਸੀਂ ਕੀ ਕਰੋਗੇ ਇਹਦੇ ਵਿੱਚੋਂ ਦੱਸੋ? ਸ਼ਾਊਟ ਲਾਊਡਲੀ, ਰਨ ਅਵੇ ਫਰੋਮ ਦੈਟ ਪਲੇਸ, ਟਾਕ ਟੂ ਦ ਸਟ੍ਰੇਂਜਰ, ਗੱਲਬਾਤ ਕਰੋਗੇ? ਬਿਲਕੁਲ ਨਹੀਂ ਕਰੋਗੇ। ਸੋ ਜਿਹੜੀਆਂ ਤੁਹਾਨੂੰ ਠੀਕ ਲੱਗਦੀਆਂ ਨੇ ਉਹਨੂੰ ਚੁਣਨਾ ਹੈ ਇਹਦੇ 'ਚੋਂ। ਲਓ ਜੀ, ਲਾਸਟ 'ਤੇ ਆ ਗਿਆ 126 ਨੰਬਰ ਪੇਜ ਤੁਹਾਡੀ ਕਿਤਾਬ ਦਾ, ਅਤੇ ਆਪਾਂ ਇੱਥੇ 5ਵੀਂ ਵਾਲਿਓ ਤੁਹਾਡਾ ਤੇ ਕੰਮ ਹੋ ਚੱਲਿਆ ਫਤਿਹ। ਐਕਟੀਵਿਟੀ ਹੈਗੀ ਹੈ ਰਾਈਟ ਨੇਮਸ ਐਂਡ ਪੇਜ ਪਿਕਚਰ ਆਫ ਯੋਰ ਸੇਫ ਸਰਕਲ। ਆਫ ਯੋਰ ਸੇਫ ਸਰਕਲ ਦੀਆਂ ਇੱਥੇ ਫੋਟੋਜ਼ ਲਾਓ ਅਤੇ ਉਹਨਾਂ ਦੇ ਨਾਮ ਲਿਖੋ ਇੱਥੇ ਵੀ ਤੁਹਾਨੂੰ ਕਿਹਨਾਂ ਦੇ ਨਾਲ ਰਹਿ ਕੇ ਵਧੀਆ ਮਹਿਸੂਸ ਹੁੰਦਾ ਆ, ਠੀਕ ਹੈ ਜੀ। ਸੋ ਉਹਦੇ ਵਿੱਚ ਤੁਹਾਡੇ ਪੇਰੈਂਟਸ ਆ ਗਏ, ਗ੍ਰੈਂਡ ਪੇਰੈਂਟਸ ਆ ਗਏ, ਤੁਹਾਡੇ ਫੈਮਿਲੀ ਮੈਂਬਰਸ ਆ ਗਏ, ਹੋਰ ਤੁਹਾਡੇ ਸਿਬਲਿੰਗਸ ਹੁੰਦੇ ਨੇ ਜਿਹੜੇ ਤੁਹਾਡੇ ਭੈਣ ਭਰਾ, ਠੀਕ ਹੈ, ਟੀਚਰਸ ਹੋ ਗਏ। ਥਿੰਕ ਓਵਰ ਇਟ, ਆਹ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ। ਇਹਦੇ ਨੰਬਰ ਭਾਵੇਂ ਨਾ ਮਿਲਣ ਪਰ ਹੁੰਦੀ ਬਹੁਤ ਜ਼ਿਆਦਾ ਕੰਮ ਦੀ ਹੈ। ਇਹ ਜ਼ਰੂਰੀ ਹੁੰਦਾ ਜਦੋਂ ਨੰਬਰ ਮਿਲਦੇ ਉਹੀ ਕੰਮ ਦੀ ਹੈ। ਇਹ ਬਹੁਤ ਵਧੀਆ ਚੀਜ਼ ਹੈ। ਆਈ ਸ਼ੁੱਡ ਨੈਵਰ ਕੀਪ ਸੀਕਰਟਸ ਦੈਟ ਮੇਕ ਮੀ ਫੀਲ ਬੈਡ ਔਰ ਅਨਕੰਫਰਟੇਬਲ। ਇਹ ਨਿਆਣਿਆਂ ਵਾਸਤੇ ਬਹੁਤ ਜ਼ਰੂਰੀ ਹੈ। ਬਾਈ ਨਿਆਣਿਓ, ਜਵਾਕੋ, ਤੁਸੀਂ ਇਹ ਗੱਲ ਨੂੰ ਚੇਤੇ ਰੱਖਿਓ ਵੀ ਮੈਂ ਕਦੇ ਵੀ ਸੀਕਰਟ ਨਹੀਂ ਰੱਖਣੇ ਉਹ ਵਾਲੇ ਜਿਹੜੇ ਮੈਨੂੰ ਕਿ ਬੈਡ ਫੀਲ ਕਰਾਉਂਦੇ ਨੇ, ਮਾੜਾ ਮਹਿਸੂਸ ਕਰਾਉਂਦੇ ਨੇ ਅਤੇ ਅਨਕੰਫਰਟੇਬਲ ਫੀਲ ਕਰਾਉਂਦੇ ਨੇ, ਠੀਕ ਹੈ ਜੀ। ਕੋਈ ਇਨਸਾਨ ਤੁਹਾਨੂੰ ਤੰਗ ਕਰਦਾ ਆ, ਠੀਕ ਆ, ਫਰਜ਼ ਕਰੋ ਕੋਈ ਬੱਚਾ ਆ ਉਹ ਵਾਸ਼ਰੂਮ ਗਿਆ ਆ ਅਤੇ ਉਹਨੂੰ ਕਿਸੇ ਨੇ ਜ਼ਬਰਦਸਤੀ ਫੜ ਲਿਆ, ਉਹਨੂੰ ਤੰਗ ਕੀਤਾ, ਉਹਨੂੰ ਟੱਚ ਕੀਤਾ ਆ, ਹੱਥ ਲਾਇਆ ਆ ਅਤੇ ਤੁਹਾਨੂੰ ਗਲਤ ਮਹਿਸੂਸ ਹੋ ਰਿਹਾ, ਤੁਸੀਂ ਉਹ ਗੱਲ ਲੁਕਾਉਣੀ ਨਹੀਂ ਹੈ ਔਰ ਸਿੱਧਾ ਆਪਣੇ ਟੀਚਰ ਨੂੰ ਔਰ ਆਪਣੇ ਮਾਂ ਪਿਓ ਨੂੰ ਦੋਵਾਂ ਨੂੰ ਦੱਸਣੀ ਹੈ, ਠੀਕ ਹੈ ਜੀ। ਇਹ ਇਸ ਕਿਤਾਬ 'ਚ ਸਿਖਾਇਆ ਗਿਆ ਹੈ। ਮੈਂ ਉਹਨੂੰ ਥੋੜ੍ਹਾ ਜ਼ਿਆਦਾ ਐਕਸਪਲੇਨ ਕਰਤਾ ਹੈ ਔਰ ਆਪਣੇ ਮਾਂ ਪਿਓ ਨੂੰ ਵੀ ਚਾਹੀਦਾ ਕਿ ਆਪਣੇ ਬੱਚੇ ਨੂੰ ਇਹ ਚੀਜ਼ਾਂ ਬਿਲਕੁਲ ਪੜ੍ਹਾ ਦੇਣ, ਸਿਖਾ ਦੇਣ, ਕਿਉਂਕਿ ਦੁਨੀਆ ਇਹੋ ਜਿਹੀ ਹੀ ਹੈ। ਇਫ ਸਮਨ ਆਸਕਸ ਮੀ, ਵੀ ਜੇ ਮੈਨੂੰ ਕੋਈ ਪੁੱਛਦਾ ਹੈ ਟੂ ਕੀਪ ਅ ਸੀਕਰਟ, ਵੀ ਜੇ ਕੋਈ ਮੈਨੂੰ ਕਹਿੰਦਾ ਹੈ ਕਿ ਇਹਨੂੰ ਸੀਕਰਟ ਰੱਖਣਾ ਹੈ, ਦੈਟ ਮੇਕਸ ਮੀ ਫੀਲ ਬੈਡ ਔਰ ਅਨਸੇਫ, ਵੀ ਜੇ ਕੋਈ ਮੈਨੂੰ ਕਹਿੰਦਾ ਹੈ ਕਿ ਇਸ ਚੀਜ਼ ਨੂੰ ਸੀਕਰਟ ਰੱਖਣਾ ਹੈ, ਆਈ ਮਸਟ ਟੈਲ ਐਨ ਅਡਲਟ, ਮੈਂ ਜ਼ਰੂਰ ਕਿਸੇ ਅਡਲਟ ਨੂੰ, ਕਿਸੇ ਸਿਆਣੇ ਨੂੰ ਦੱਸਾਂਗਾ। ਆਈ ਮਸਟ, ਦੱਸਣਾ ਜ਼ਰੂਰੀ ਹੈ। ਮਸਟ ਦਾ ਮਤਲਬ ਹੈ ਵੀ ਦੱਸਣਾ, ਬਿਲਕੁਲ ਦੱਸੂੰਗਾ ਮੈਂ, ਠੀਕ ਆ। ਇਨ ਮਾਈ ਸੇਫ ਸਰਕਲ ਸਟ੍ਰੇਟ ਅਵੇ, ਮੈਂ ਬਿਲਕੁਲ ਆਪਣੇ ਘਰਦਿਆਂ ਨੂੰ ਦੱਸੂੰ, ਇਹਨੂੰ ਲੁਕਾਉਣਾ ਨਹੀਂ ਹੈ ਕਦੇ ਵੀ, ਓਕੇ ਜੀ। ਥੈਂਕਸ ਅ ਲੋਟ। ਵੀਰ ਹਰਜੀਤ ਸਿੰਘ YouTube ਚੈਨਲ 'ਤੇ ਤੁਹਾਡੀਆਂ ਕਿਤਾਬਾਂ ਪਈਆਂ ਨੇ, ਇਹਨਾਂ ਨੂੰ ਪੜ੍ਹੋ, ਸਮਝੋ, ਸ਼ੇਅਰ ਕਰੋ, ਸਿੱਖੋ, ਸਿੱਖਦੇ ਰਹੋਗੇ, ਮਿਹਨਤ ਕਰਦੇ ਰਹੋਗੇ ਅਤੇ ਖੁਸ਼ ਰਹੋਗੇ, ਆਬਾਦ ਰਹੋਗੇ। ਜ਼ਿੰਦਗੀ ਜ਼ਿੰਦਾਬਾਦ। ਪੰਜਾਬੀਓ ਚੜ੍ਹਦੀ ਕਲਾ 'ਚ ਰਹੋ।